कि लीडरशिप के उत्ते भी इन्ना प्रैशर बना के रखो भी जे तुसी भज्जे तां तुहाडी भी खैर नहीं। बिल्कुल असीं खड़े आ ना। ਜਦੋਂ ਸਰਕਾਰ ਨੂੰ ਵੀ ਚੰਗਾ ਮੁਨਾਫਾ ਹੋ ਰਿਹਾ ਸੀ, ਪਰ ਉਸ ਤੋਂ ਬਾਅਦ ਫਿਰ ਸਰਕਾਰ ਨੂੰ ਕੀ ਲੋੜ ਪੈਗੀ ਕਿਸਾਨਾਂ ਦੇ ਮੂੰਹ ਦੇ ਵਿੱਚੋਂ ਟੁੱਕ ਕੌਣ? ਸਰਕਾਰਾਂ ਨੂੰ ਹੁਣ ਤੱਕ ਇਹ ਗੱਲ ਪਤਾ ਸੀਗੀ ਕਿ ਕਿਸਾਨ ਏਕਾ ਨਹੀਂ ਹੋਏਗਾ। ਬਿਲਕੁਲ ਕਿਸਾਨ ਏਕਤਾ ਸੰਭਵ ਨਹੀਂ। ਪਰ ਜਿਹੜਾ ਆਹ ਕੰਮ ਕਰਤਾ ਨਾ, ਜਿਹੜੇ ਲੋਕ ਉਦੋਂ ਲੜਨ ਆਉਂਦੇ ਆ ਉਹ ਚਾਹੇ ਨਾ ਬਚਣ, ਜੰਮਣ ਭੋਏ ਬਚ ਜਾਂਦੀਆਂ, ਪੀੜ੍ਹੀਆਂ ਬਚ ਜਾਂਦੀਆਂ। ਨੌਜਵਾਨਾਂ ਦੀ ਸ਼ਮੂਲੀਅਤ ਤੋਂ ਬਿਨਾਂ ਕੋਈ ਵੀ ਲੜਾਈ ਜਿਹੜੀ ਹੈਗੀ ਆ ਲੜੀ ਤਾਂ ਜਾ ਸਕਦੀ ਹੈ, ਜਿੱਤੀ ਨਹੀਂ ਜਾ ਸਕਦੀ। ਹੁਣ ਬੰਦੇ ਵਰਲਡ ਬੈਂਕ ਦੇ ਤੇ ਗੱਲ ਸਾਡੇ ਲੋਕਾਂ ਦੀ ਕਿਵੇਂ ਕਰਨਗੇ? ਕੀ ਸਾਡੀ ਲੀਡਰਸ਼ਿਪ ਦੇ ਵਿੱਚ ਇੰਨਾ ਦਮ ਹੈਗਾ ਕਿ ਉਹ ਅੱਖਾਂ 'ਚ ਅੱਖਾਂ ਪਾ ਕੇ ਜੇ ਉਹਨੂੰ ਗੁਲਾਮੇ 'ਚ ਹੱਥ ਪਾਉਣ ਦੀ ਲੋੜ ਪੈਂਦੀ ਹੈ ਤਾਂ ਗੁਲਾਮੇ 'ਚੋਂ ਹੱਥ ਪਾ ਕੇ ਨੌਜਵਾਨ ਨਹੀਂ ਆਉਣਗੇ ਤੇ ਬੁੱਢਿਆਂ ਤੋਂ ਲੜਾਈ ਨਹੀਂ ਲੜਨੀ। ਠੀਕ। ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ MSP ਖਤਮ ਨਹੀਂ ਕੀਤਾ। ਸਰਕਾਰ ਨੇ ਇਸ ਗੱਲ ਦੀ ਕੋਈ ਗਾਰੰਟੀ ਲਈ ਹੈ? ਸਾਨੂੰ ਲਿਖਤੀ ਰੂਪ ਦੇ ਵਿੱਚ ਉਸ ਕਾਨੂੰਨ 'ਚ ਲਿਖ ਕੇ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ RMB ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਤੁਹਾਡਾ ਦੋਸਤ ਜਸ ਕਰੇਵਾਲ। ਦੋਸਤੋ, ਪੰਜਾਬ ਜਿਹੜਾ ਇਹਨਾਂ ਦਿਨੀ ਸੰਕਟ ਦੇ ਵਿੱਚ ਆ, ਕਿਉਂਕਿ ਪੰਜਾਬ ਦਾ ਪੁੱਤ ਕਿਸਾਨ ਸੰਕਟ ਦੇ ਵਿੱਚ ਆ। ਸਰਕਾਰਾਂ ਦੁਆਰਾ ਜਿਹੜੇ ਕਾਲੇ ਬਿੱਲ ਪਾਸ ਕੀਤੇ ਗਏ ਨੇ, ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹਨਾਂ ਬਿੱਲਾਂ ਦੇ ਕਾਰਨ ਜਿਹੜੀ ਆ ਪੰਜਾਬ ਦੀ ਕਿਸਾਨੀ ਹੋਰ ਗਿਰਾਵਟ ਵੱਲ ਜਾਵੇਗੀ। ਬਿੱਲ ਪਾਸ ਹੋਣ ਤੋਂ ਬਾਅਦ ਬਿੱਲਾਂ ਤੇ ਬੜੀ ਰਾਜਨੀਤੀ ਵੀ ਹੋਣ ਲੱਗੀ ਆ। ਰਾਜਨੀਤਿਕ ਨੁਮਾਇੰਦਿਆਂ ਦੁਆਰਾ ਜਿਹੜਾ ਕਿ ਸੁਭਾਵਿਕ ਵੀ ਸੀ, ਅਸਤੀਫਿਆਂ ਦਾ ਦੌਰ ਵੀ ਜਿਹੜਾ ਚੱਲ ਪਿਆ ਆ। ਇਹ ਬਿੱਲ ਜੇਕਰ ਇਹਨਾਂ ਬਿੱਲਾਂ ਦੇ ਅਨੁਸਾਰ ਜਿਹੜੀ ਆ ਇਸ ਵਾਰ ਖਰੀਦ ਜੇਕਰ ਹੁੰਦੀ ਆ ਤਾਂ ਪੰਜਾਬ ਦੀ ਕਿਸਾਨੀ ਦਾ ਜਿਹੜਾ ਆਉਣ ਵਾਲਾ ਸਮਾਂ ਕੀ ਹੋਵੇਗਾ, ਪੰਜਾਬ ਦੀ ਕਿਸਾਨੀ ਦਾ ਫਿਊਚਰ ਕੀ ਹੋਵੇਗਾ, ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੱਜ ਮੌਜੂਦ ਹੋਣਗੇ ਬਾਈ ਗੁਰਪ੍ਰੀਤ ਸਿੰਘ ਦਬੜੀ ਖਾਨਾ। ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰਦੇ ਹਾਂ। ਦਬੜੀ ਖਾਨਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਜ ਇਹ ਤਾਂ ਗੱਲਬਾਤ ਆਪਾਂ ਨਹੀਂ ਕਰਾਂਗੇ ਕਿ ਦਬੜੀ ਖਾਨਾ ਸਾਹਿਬ ਕੀ ਹਾਲ ਚਾਲ ਨੇ, ਕਿਉਂਕਿ ਹਾਲ ਚਾਲ ਸਾਡੇ ਸਾਰਿਆਂ ਦੇ ਮੰਦੇ ਆ। ਕਿਉਂਕਿ ਪੰਜਾਬ ਦੀ ਕਿਸਾਨੀ ਗਿਰਾਵਟ ਵੱਲ ਜਾ ਰਹੀ ਸੀ, ਉਸ ਨੂੰ ਹੋਰ ਗਿਰਾਵਟ ਵੱਲ ਧੱਕਿਆ ਜਾ ਰਿਹਾ ਹੈ। ਬਿਲਕੁਲ, ਕਿਉਂਕਿ ਸੰਕਟ ਦੇ ਵਿੱਚ ਆ ਪੰਜਾਬ, ਸੰਕਟ ਦੇ ਵਿੱਚ ਆ ਪੰਜਾਬ ਦੀ ਕਿਸਾਨੀ, ਅਸੀਂ ਸੰਕਟ ਦੇ ਵਿੱਚ ਆ। ਬਾਈ ਜੀ, ਇਹ ਜਿਹੜੇ ਬਿੱਲ ਪਾਸ ਕੀਤੇ ਗਏ ਨੇ, ਪਿਛਲੇ ਦਿਨੀ ਵੀ ਆਪਾਂ ਮੁਲਾਕਾਤ ਕੀਤੀ ਸੀ ਕਿ ਜੇਕਰ ਇਹ ਬਿੱਲ ਪਾਸ ਹੁੰਦੇ ਨੇ ਤਾਂ ਬੜਾ ਵੱਡਾ ਜਿਹੜਾ ਆ ਸੰਕਟ ਆਊਗਾ ਸਾਡੇ ਤੇ, ਕਿਸਾਨੀ ਤੇ ਆਊਗਾ। ਹੁਣ ਬਿੱਲ ਪਾਸ ਹੋ ਗਏ ਨੇ, ਆਉਣ ਵਾਲਾ ਟਾਈਮ, ਆਉਣ ਵਾਲਾ ਫਿਊਚਰ ਕੀ ਦੇਖਦੇ ਹੋ? ਜੇਕਰ ਬਿੱਲਾਂ ਦੇ ਅਨੁਸਾਰ ਜਿਹੜੀ ਆ ਖਰੀਦ ਪੰਜਾਬ ਦੇ ਵਿੱਚ ਇਸ ਵਾਰ ਸ਼ੁਰੂ ਹੁੰਦੀ ਆ ਜਾਂ ਕੰਟਰੈਕਟ ਜਿਹੜੀ ਆ ਫਾਰਮਿੰਗ ਉਹ ਸ਼ੁਰੂ ਹੁੰਦੀ ਹੈ, ਤਾਂ ਆਉਣ ਵਾਲਾ ਟਾਈਮ ਕਿਸਾਨੀ ਦਾ ਕੀ ਦੇਖਦੇ ਹੋ? ਦੇਖੋ ਜੀ, ਇਹਦੀ ਇੱਕ ਬਹੁਤ ਹੀ ਜਿਹੜੀ ਹੈਗੀ ਨਾ, ਜਿਵੇਂ ਕਹਿੰਦੇ ਨੇ ਫਿਲਮ ਤੋਂ ਪਹਿਲਾਂ ਟ੍ਰੇਲਰ ਆਉਂਦਾ, ਟੀਜ਼ਰ ਆਉਂਦਾ, ਤਾਂ ਇਹਦਾ ਟੀਜ਼ਰ ਆਪਾਂ ਨੂੰ ਹੁਸ਼ਿਆਰਪੁਰ ਦੀ ਇੱਕ ਮੰਡੀ 'ਚ ਦੇਖਣ ਨੂੰ ਮਿਲ ਚੁੱਕਿਆ। ਹਜੇ ਉਦੋਂ ਆਰਡੀਨੈਂਸ ਵੀ ਨਹੀਂ ਆਏ ਸੀ। ਉਦੋਂ ਪਹਿਲਾਂ ਹੀ ਜਿਹੜੀ ਕਿਸਾਨਾਂ ਦੁਆਰਾ ਮੱਕੀ ਪੈਦਾ ਕੀਤੀ ਗਈ ਖੂਨ ਪਸੀਨਾ ਇੱਕ ਕਰਕੇ, ਉਸ ਮੱਕੀ ਦਾ ਜਿਹੜਾ ਰੇਟ ਸੀਗਾ 600 ਰੁਪਏ ਪ੍ਰਤੀ ਕੁਆਂਟਲ ਨੂੰ ਉਹ ਮੱਕੀ ਵਿਕੀ ਸੀ। ਹਾਲਾਂਕਿ ਮੱਕੀ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਸਰਕਾਰ ਵੱਲੋਂ ਮਿੱਥਿਆ ਗਿਆ ਉਹ 1800 ਰੁਪਏ ਦੇ ਆਸੇ ਪਾਸੇ ਸੀ, 1750 ਇਦਾਂ। ਠੀਕ ਹੈ। ਤਾਂ ਜਦੋਂ ਹਾਲੇ ਨਾ ਕੋਈ ਆਰਡੀਨੈਂਸ ਸੀ, ਨਾ ਬਿੱਲ ਪਾਸ ਹੋਏ, ਨਾ ਕਾਨੂੰਨ ਦੀ ਸ਼ਕਲ ਲਈ, ਉਸ ਵੇਲੇ ਵੀ ਜਿਹੜਾ ਵਪਾਰੀ ਹੈ ਉਹ ਸਮਰਥਨ ਮੁੱਲ ਤੇ ਮੱਕੀ ਨਹੀਂ ਖਰੀਦ ਰਿਹਾ, ਕਿਸਾਨ ਦੀ ਜਿਣਸ ਨਹੀਂ ਖਰੀਦ ਰਿਹਾ, ਤੇ 1750 ਰੁਪਏ ਵਾਲੀ ਜਿਹੜੀ ਜਿਣਸ ਹੈਗੀ ਆ ਕਿਸਾਨ ਦੀ ਸਮਰਥਨ ਮੁੱਲ ਦੇ ਮੁਤਾਬਕ, ਉਹਨੂੰ ਉਹ 600 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਖਰੀਦ ਰਿਹਾ। ਤਾਂ ਇਹਦਾ ਮਤਲਬ ਹੈਗਾ ਜਦੋਂ ਉਹਨਾਂ ਵਪਾਰੀਆਂ ਦੇ ਹੱਥ 'ਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਆ ਜਿਹੜਾ ਕਾਲਾ ਕਾਨੂੰਨ ਹੈ, ਇਹਦੀ ਤਾਕਤ ਆ ਜਾਏਗੀ, ਤਾਂ ਉਹ ਦੇਖੋ ਤੁਹਾਡੇ ਕਿਸਾਨਾਂ ਦਾ, ਸਾਡੇ ਕਿਸਾਨਾਂ ਦਾ ਕੀ ਹਸ਼ਰ ਕਰਨਗੇ। ਟ੍ਰੇਲਰ ਅਸੀਂ ਦੇਖ ਚੁੱਕੇ ਹਾਂ, ਹੁਣ ਇਹ ਜਿਹੜੀ ਫਿਲਮ ਹੈ ਇਹ ਚੱਲਣੀ ਹੈ। ਜੇ ਟ੍ਰੇਲਰ ਇੰਨਾ ਖਤਰਨਾਕ ਆ ਤਾਂ ਪੂਰੀ ਦੀ ਪੂਰੀ ਫਿਲਮ ਸਾਡੇ ਕਿਸਾਨ ਭਾਈਚਾਰੇ ਨੂੰ ਕਿਸ ਗਰਤ ਵਿੱਚ ਲੈ ਕੇ ਜਾਏਗੀ, ਉਹਦਾ ਅੰਦਾਜ਼ਾ ਲਾ ਕੇ ਦਿਲ ਨੂੰ ਕੰਬਣੀ ਛੱਡਦੀ ਹੈ।
ਬਾਈ ਜੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਸਭ ਤੋਂ ਪਹਿਲਾਂ ਤਾਂ ਅਸੀਂ ਸਲਾਮ ਵੀ ਕਰਾਂਗੇ, ਸੈਲਿਊਟ ਕਰਾਂਗੇ, ਕਿਉਂਕਿ ਇੱਕ ਮੰਚ ਤੇ ਆਉਣ ਦੀ ਲੋੜ ਸੀ। ਬਿਲਕੁਲ। ਜੇਕਰ ਅਸੀਂ ਇਸ ਕਾਲੇ ਬਿੱਲ ਤੋਂ ਨਿਜਾਤ ਪਾਉਣੀ ਆ, ਜੇਕਰ ਅਸੀਂ ਸਰਕਾਰਾਂ ਦੇ ਕੰਨੀ ਆਪਣੀ ਗੱਲ ਪਾਉਣੀ ਆ, ਤਾਂ ਸਾਨੂੰ ਇੱਕ ਮੰਚ ਤੇ ਆਉਣ ਦੀ ਜ਼ਰੂਰਤ ਸੀ। ਬਿਲਕੁਲ। ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇੱਕ ਮੰਚ ਤੇ ਆਈਆਂ ਨੇ, ਲਗਾਤਾਰ ਉਹਨਾਂ ਦੀਆਂ ਮੀਟਿੰਗਸ ਹੋ ਰਹੀਆਂ ਨੇ, ਇਕੱਠ ਹੋ ਰਿਹਾ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਜੇਕਰ ਕਿਸਾਨ ਜਥੇਬੰਦੀਆਂ ਨਹੀਂ ਕਰਦੀਆਂ ਤਾਂ ਅਸੀਂ ਉਹਨਾਂ ਦੀ ਆਲੋਚਨਾ ਕਰਦੇ, ਉਹਨਾਂ ਨੂੰ ਕਹਿਣੇ ਵੀ ਆ, ਜਿਹੜਾ ਕਿ ਕਹਿਣਾ ਲਾਜ਼ਮੀ ਆ। ਪਰ ਹੁਣ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਨਹੀਂ, ਇਹ ਬਹੁਤ ਹੀ ਮਤਲਬ ਸਵਾਗਤਯੋਗ ਪਹਿਲ ਕੀਤੀ ਗਈ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ, ਤੇ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ। ਜੇਕਰ ਅੱਜ ਜਦੋਂ ਕਰੋ ਜਾਂ ਮਰੋ ਵਾਲੀ ਸਥਿਤੀ ਹੈ, ਅੱਜ ਵੀ ਆਪੋ ਆਪਣੀ ਡਫਲੀ ਤੇ ਆਪੋ ਆਪਣੇ ਰਾਗ ਵਾਲੀ ਸਿਚੁਏਸ਼ਨ ਬਣੀ ਹੁੰਦੀ ਤਾਂ ਫਿਰ ਇਸ ਤੋਂ ਮਾੜਾ ਕੁਝ ਹੋਣਾ ਨਹੀਂ ਸੀ। ਅੱਜ ਜਿਹੜੀ ਹੈਗੀ ਆਪੋ ਆਪਣੀ ਡਫਲੀ ਤੇ ਆਪੋ ਆਪਣੇ ਰਾਗ ਵਾਲੀ ਜਿਹੜੀ ਸਥਿਤੀ ਨਹੀਂ ਬਣਨ ਦਿੱਤੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ, ਉਹ ਆਪਣੇ ਸਾਰੇ ਜਿਹੜੇ ਹੈਗੇ ਆ, ਜਿਹੜੇ ਉਹਨਾਂ ਦੇ ਆਪਸੀ ਮਤਭੇਦ ਆ, ਉਹਨਾਂ ਨੂੰ ਇਸ ਮੁੱਦੇ ਤੇ ਭੁਲਾ ਕੇ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ। ਇਹ ਜਿਹੜਾ ਮਾਮਲਾ ਹੈਗਾ, ਇਹਨੂੰ ਤਾਕਤ ਨਾਲ ਹੀ ਨਜਿੱਠਿਆ ਜਾਣਾ। ਸਰਕਾਰਾਂ ਨੂੰ ਹੁਣ ਤੱਕ ਇਹ ਗੱਲ ਪਤਾ ਸੀਗੀ ਕਿ ਕਿਸਾਨ ਏਕਾ ਨਹੀਂ ਹੋਏਗਾ। ਬਿਲਕੁਲ। ਕਿਸਾਨ ਏਕਤਾ ਸੰਭਵ ਨਹੀਂ। ਪਰ ਜਿਹੜਾ ਆਹ ਕੰਮ ਕਰਤਾ ਨਾ, 30 ਜਥੇਬੰਦੀਆਂ ਇੱਕ ਮੰਚ ਤੇ ਆ ਰਹੀਆਂ, ਆ ਚੁੱਕੀਆਂ, ਤੇ ਉਹ ਲਗਾਤਾਰ ਇਸ ਤਰ੍ਹਾਂ ਦੇ ਡਿਸੀਜਨ ਲੈ ਰਹੀਆਂ ਕਿ ਸਰਕਾਰ ਨੂੰ ਮਜਬੂਰ ਹੋ ਕੇ ਝੁਕਣਾ ਪੈ ਸਕਦਾ ਜੇ ਪੂਰੀ ਦ੍ਰਿੜਤਾ ਨਾਲ ਅੰਗਦ ਵਾਂਗੂ ਪੈਰ ਜਮਾ ਕੇ ਸਾਡੀਆਂ ਜਥੇਬੰਦੀਆਂ ਖੜੀਆਂ ਰਹੀਆਂ। ਸਾਡੇ ਲਈ ਅੱਜ ਜਿਹੜੀ ਸਥਿਤੀ ਬਣੀ ਹੋਈ ਹੈ, ਉਹ ਮੈਂ ਦੁਬਾਰਾ ਫੇਰ ਕਹਿ ਰਿਹਾ, ਹੁਣ ਨਹੀਂ ਤਾਂ ਕਦੇ ਵੀ ਨਹੀਂ। ਬਿਲਕੁਲ। ਕਰੋ ਜਾਂ ਮਰੋ ਵਾਲੀ ਸਥਿਤੀ ਹੈ। ਇਸ ਸਥਿਤੀ ਨਾਲ ਨਜਿੱਠਣ ਵਾਸਤੇ ਇੱਕ ਹੀ ਤਰੀਕਾ ਸੀਗਾ, ਉਹ ਸੀਗਾ ਸਾਡਾ ਏਕਾ, ਜਿਹੜਾ ਕਿ ਹੁਣ ਹੁੰਦਾ ਹੋਇਆ ਨਜ਼ਰ ਆ ਰਿਹਾ। ਇੱਕ ਮੰਚ ਤੇ ਸਾਡੀਆਂ ਜਥੇਬੰਦੀਆਂ ਇਕੱਠੀਆਂ ਹੋ। ਜਿਹੜੀ ਕੰਟਰੈਕਟ ਫਾਰਮਿੰਗ ਦੀ ਗੱਲ ਆ, ਜਦੋਂ ਅਸੀਂ ਕਈ ਵੀਰਾਂ ਦੇ ਨਾਲ ਗੱਲਬਾਤ ਕਰਿਆ ਤਾਂ ਵੀਰ ਇਹ ਕਹਿੰਦੇ ਆ ਕਿ ਜੇਕਰ ਜਿਹੜੀ ਕੰਟਰੈਕਟ ਫਾਰਮਿੰਗ ਹੋਊਗੀ, ਕਿ ਜੇਕਰ ਤੁਸੀਂ ਚਾਹੋਗੇ ਤਾਂ ਹੀ ਤੁਹਾਡੀ ਜ਼ਮੀਨ ਜਿਹੜੀ ਆ ਲਈ ਜਾਊਗੀ। ਪਰ ਅਸਲ ਦੇ ਵਿੱਚ ਇਹਦੇ ਵਿੱਚ ਜਿਹੜਾ ਬੜਾ ਵੱਡਾ ਬਲਬਲੇਮਾ ਕਿ ਜਦੋਂ ਤੁਹਾਡੇ ਆਲੇ ਦੁਆਲੇ ਵਾਲੀ ਜਿਹੜੀ ਜ਼ਮੀਨ ਆ, ਪੈਲੀ ਆ, ਜਦੋਂ ਉਹ ਹੀ ਲੈ ਲੇਗੀ ਤਾਂ ਤੁਸੀਂ ਕਿਵੇਂ ਬਚ ਸਕਦੇ ਹੋ? ਤਾਂ ਇਹ ਕਨਫਿਊਜ਼ਨ ਨੂੰ ਜ਼ਰੂਰ ਜਿਹੜਾ ਦੂਰ ਕਰੇ। ਦੇਖੋ, ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਮਸਲਾ ਨਾ, ਇਹ ਬਹੁਤ ਹੀ ਜ਼ਿਆਦਾ ਸੋਚ ਸਮਝ ਕੇ ਆਰਡੀਨੈਂਸ ਦਾ ਇੱਕ ਹਿੱਸਾ ਬਣਾਇਆ ਗਿਆ। ਕੰਟਰੈਕਟ ਫਾਰਮਿੰਗ ਦੇ ਰਾਹੀਂ ਇੱਕ ਸ਼ੁਰੂਆਤ ਕੀਤੀ ਜਾਏਗੀ ਤੁਹਾਡੀਆਂ ਜ਼ਮੀਨਾਂ ਨੂੰ ਕਾਰਪੋਰੇਟਸ ਦੇ ਕਬਜ਼ੇ 'ਚ ਦੇਣ ਦੀ। ਜਦੋਂ 2 ਵਰ੍ਹੇ ਪਹਿਲਾਂ ਇਹਦੀ ਗੱਲ ਆਈ ਸੀਗੀ, ਉਦੋਂ ਮੈਂ ਫੇਸਬੁੱਕ ਤੇ ਵੀ ਲਿਖਿਆ ਸੀਗਾ ਕਿ ਕੰਟਰੈਕਟ ਫਾਰਮਿੰਗ ਦੇ ਮਾਧਿਅਮ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਾਰਪੋਰੇਟ ਨੂੰ ਸੌਂਪਣ ਦਾ ਪੂਰਾ ਜਿਹੜਾ ਹੈਗਾ ਪ੍ਰਬੰਧ ਕਰਕੇ ਸ਼ੁਰੂਆਤ ਕੀਤੀ ਜਾਏਗੀ। ਠੀਕ ਹੈ। ਹੁਣ ਇਹਦੇ ਵਿੱਚ ਇਹ ਸੁਣਨ ਨੂੰ ਤਾਂ ਸੌਖਾ ਲੱਗਦਾ, ਚੰਗਾ ਵੀ ਲੱਗੇਗਾ ਸ਼ਾਇਦ ਆਮ ਬੰਦੇ ਨੂੰ ਕਿ ਯਾਰ ਜ਼ਮੀਨ ਠੇਕੇ ਤੇ ਦੇ ਕੇ ਤੇ ਜੇ ਚਾਹਾਂਗੇ ਤਾਂ ਦੇ ਦਿਆਂਗੇ, ਨਹੀਂ ਤਾਂ ਨਹੀਂ ਦਿਆਂਗੇ। ਉਹਦੇ ਵਿੱਚ ਇਹ ਆ ਵੀ ਲੈਂਡ ਪੂਲ ਹੋਣੀ ਹੈ। ਕੰਟਰੈਕਟ ਫਾਰਮਿੰਗ ਦਾ ਸਿੱਧਾ ਜਿਹਾ ਮਤਲਬ ਆ, ਪਹਿਲਾਂ ਲੈਂਡ ਪੂਲ ਹੋਊਗੀ। ਹੁਣ ਜੇ ਰਿਲਾਇੰਸ ਨੇ ਜਾਂ ਅਡਾਨੀ ਨੇ ਕੰਟਰੈਕਟ ਫਾਰਮਿੰਗ ਕਰਨੀ ਹੈ, ਕੰਟਰੈਕਟ ਤੇ ਜ਼ਮੀਨ ਲੈਣੀ ਹੈ, ਉਹ 10 ਕਿੱਲੇ ਲਊਗੀ ਕਿ 10,000 ਕਿੱਲੇ ਲਊਗੀ? ਬਿਲਕੁਲ। ਤਾਂ ਉਹ 10 ਕਿੱਲੇ ਨਹੀਂ ਲਏਗਾ, 10,000 ਕਿੱਲੇ ਦੀ ਗੱਲ ਕਰੇਗਾ। ਹਜ਼ਾਰਾਂ ਏਕੜ ਜ਼ਮੀਨ ਪਹਿਲਾਂ ਪੂਲ ਹੋਏਗੀ। ਪੂਲ ਹੋਣ ਤੋਂ ਬਾਅਦ ਉਹਨੂੰ ਕੰਪਨੀ ਨੂੰ ਕੰਟਰੈਕਟ ਤੇ ਲੈਣਾ ਆਸਾਨ ਰਹੇਗਾ। ਹੁਣ ਮੇਰੇ ਪਿੰਡ ਦੀ ਤਾਂ 4,000 ਏਕੜ ਜ਼ਮੀਨ ਹੈ ਤੇ ਸਾਰਿਆਂ ਦੀਆਂ ਹੱਦਬੰਦੀਆਂ ਅੱਡੋ ਅੱਡ ਕਿ ਨਹੀਂ? ਬਿਲਕੁਲ। ਆ ਮੇਰੀ ਜ਼ਮੀਨ ਆ, ਮੇਰੀ ਵੱਟ। ਇੱਥੇ ਤਾਂ ਕਿਸਾਨ ਵੱਟ ਪਿੱਛੇ ਲੜਦੇ ਪਏ ਆ। ਤੇ ਜਦੋਂ ਕੰਟਰੈਕਟ ਫਾਰਮਿੰਗ ਤਹਿਤ ਲੈਂਡ ਪੂਲ ਹੋਏਗੀ ਤਾਂ ਹੱਦਬੰਦੀਆਂ ਖਤਮ, ਵੱਟਾਂ ਬੰਨੇ ਖਤਮ। ਉਸ ਤੋਂ ਬਾਅਦ ਮੁੜ ਕੇ ਕੀ ਹੋਣਾ? ਬਿਲਕੁਲ। ਕੌਣ ਮੁਸੀਬਤ ਚ ਆਏਗਾ? ਪਹਿਲੀ ਗੱਲ ਤਾਂ ਕੰਪਨੀਆਂ ਨੇ ਜ਼ਮੀਨ ਉਹ ਛੇਤੀ ਛੱਡਣੀ ਨਹੀਂ, ਘੁੰਡੀਆਂ ਬਹੁਤ ਹੋਣਗੀਆਂ ਕੰਟਰੈਕਟ ਫਾਰਮਿੰਗ ਦੀਆਂ। ਇੱਕ ਵਾਰੀ ਜ਼ਮੀਨ ਉਹਨਾਂ ਦੇ ਹਿੱਸੇ ਚਲੀ ਗਈ ਤਾਂ ਉਹ ਤੁਹਾਨੂੰ ਹੋ ਸਕਦਾ ਪਹਿਲੇ 2 ਸਾਲ ਠੇਕਾ ਵੱਧ ਵੀ ਦੇ ਦੇਣ, 1 ਲੱਖ ਰੁਪਇਆ ਠੇਕਾ ਦੇ ਦੇਣ। ਤਾਂ ਤੁਸੀਂ ਉਸ ਚੱਕਰ ਦੇ ਵਿੱਚ ਆਪਦੀ ਜ਼ਮੀਨ ਖੁਸ਼ੀ
ਸਾਰੇ ਕਿਸਾਨ ਉਹਨਾਂ ਨੂੰ ਫੜਾ ਦਿਓ। ਬਿਲਕੁਲ। ਉਸ ਤੋਂ ਬਾਅਦ ਤੁਹਾਡੀਆਂ ਵੱਟਾਂ ਡੋਲੇ ਹੱਦਬੰਦੀਆਂ ਖਤਮ, ਇੱਕ ਪੂਰਾ ਵੱਡਾ ਪਲਾਟ ਆ ਜਿਵੇਂ ਅਮਰੀਕਾ 'ਚ ਹੁੰਦੇ ਆ, ਠੀਕ ਆ, ਉੱਥੇ ਕੰਪਨੀ ਖੇਤੀ ਕਰੂਗੀ। ਤੇ ਜਦੋਂ ਕੰਪਨੀ ਉੱਥੇ ਖੇਤੀ ਕਰੂਗੀ ਤਾਂ ਉਸ ਤੋਂ ਬਾਅਦ ਕੰਪਨੀ ਦਾ ਮਸਲਾ ਤਾਂ ਹੋ ਗਿਆ ਹੱਲ, ਤੁਹਾਡੀ ਜ਼ਮੀਨ ਉਹਦੇ ਕੋਲੇ ਆ, ਖੇਤੀ ਕਰ ਰਹੀ ਆ। ਬਾਅਦ ਦੇ ਵਿੱਚ ਤੁਹਾਨੂੰ ਜ਼ਮੀਨ ਛਡਾਉਣੀ ਔਖੀ ਹੋ ਜਾਣੀ ਹੈ। ਜੇ ਛੁਡਵਾ ਲਈ ਤਾਂ ਉਹ ਹੱਦਬੰਦੀਆਂ ਵੱਟਾਂ ਬੰਨੇ ਫਿਰ ਕਿਵੇਂ ਪਾਲੋਗੇ ਬਿਨਾਂ ਲੜਾਈ ਪੜਾਈ ਤੋਂ, ਇਹ ਇੱਕ ਵੱਡਾ ਇਸ਼ੂ ਆ। ਤੇ ਇਹ ਵੀ ਆ ਕਿ ਅਸੀਂ ਫਿਰ ਆਪਣੇ ਖੇਤਾਂ ਦੇ ਵਿੱਚ ਖੁਦ ਦਿਹਾੜੀ ਕਰਨ ਵੀ ਜਾਇਆ ਕਰਾਂਗੇ ਟਿਫਨ ਚੱਕ ਕੇ। ਨਹੀਂ, ਇਹ ਤਾਂ ਹੈ ਹੀ ਆ। ਕਹਿੰਦੇ ਹੁੰਦੇ ਆ ਨਾ ਵੀ ਜੇ ਕਿਸੇ ਸਮਾਜ ਨੂੰ ਜਾਂ ਕਿਸੇ ਸਿਸਟਮ ਨੂੰ ਪੂਰੀ ਤਰ੍ਹਾਂ ਗੁਲਾਮ ਬਣਾਉਣਾ ਤਾਂ ਪਹਿਲਾਂ ਉਹਦੀ ਸੋਚ ਦੇ ਨਾਲ ਖੇਡੋ, ਉਹਦੀ ਸੋਚ ਨੂੰ ਕਨਵਰਟ ਕਰ ਦਿਓ। ਪਿਛਲੇ 50-55 ਸਾਲਾਂ ਤੋਂ ਜਿਹੜੀ ਹਰੀ ਕ੍ਰਾਂਤੀ ਵਾਲੀ ਖੇਤੀ ਪੰਜਾਬ ਦੇ ਵਿੱਚ ਹੋ ਰਹੀ ਹੈ, ਉਸ ਖੇਤੀ ਦੇ ਚੱਲਦਿਆਂ ਕਿਸਾਨੀ ਦਾ ਸੰਕਟ ਲਗਾਤਾਰ ਗਹਿਰਾਉਂਦਾ ਹੀ ਗਿਆ। ਬਿਲਕੁਲ। ਹਰੀ ਕ੍ਰਾਂਤੀ ਤੋਂ ਪਹਿਲਾਂ ਅਸੀਂ ਦੁੱਧ ਨਹੀਂ ਵੇਚਦੇ ਸੀ, ਠੀਕ ਹੈ, ਮਤਲਬ ਆ ਕਿ ਜਦੋਂ ਤੁਸੀਂ ਕੰਗਾਲ ਸੀਗੇ, ਪੈਸੇ ਖੁਣੋ ਤੰਗ ਸੀਗੇ, ਉਦੋਂ ਤਾਂ ਅਸੀਂ ਦੁੱਧ ਵੇਚਦੇ ਨਹੀਂ ਸੀ, ਹੁਣ ਵੇਚਦੇ। ਤੇ ਜਦੋਂ ਹਰੀ ਕ੍ਰਾਂਤੀ ਵਾਲੀ ਖੇਤੀ ਆਈ, ਜਿਹੜਾ ਮਕਸਦ ਹੀ ਇਹ ਸੀਗਾ, ਕਿਸਾਨਾਂ ਨੂੰ ਭਰਮਾਇਆ ਗਿਆ ਸੀ ਵੀ ਤੁਹਾਨੂੰ ਇਹਦੇ ਨਾਲ ਜ਼ਿਆਦਾ ਪੈਸਾ ਮਿਲੇਗਾ, ਜ਼ਿਆਦਾ ਖੁਸ਼ਹਾਲੀ ਆਏਗੀ। ਉਸ ਖੇਤੀ ਤੋਂ ਬਾਅਦ ਅਸੀਂ ਹੌਲੀ ਹੌਲੀ ਦੁੱਧ ਵੇਚਣਾ ਸ਼ੁਰੂ ਕਰਤਾ। ਦੁੱਧ ਵੇਚਦੇ ਵੇਚਦੇ ਪੁੱਤ ਵੇਚਣੇ ਸ਼ੁਰੂ ਕਰਤੇ, ਪੁੱਤ ਵੇਚਦੇ ਵੇਚਦੇ ਅਸੀਂ ਧੀਆਂ ਵੀ ਵੇਚਣੀਆਂ ਸ਼ੁਰੂ ਕਰਤੀਆਂ। ਆਹ ਜਿਹੜਾ ਪਹਿਲਾਂ ਮਚਾਉਣੀਆਂ ਸ਼ੁਰੂ ਕੀਤੀਆਂ, ਫਿਰ ਕੁੱਖਾਂ 'ਚ ਮਾਰਨੀਆਂ ਸ਼ੁਰੂ ਕੀਤੀਆਂ, ਫਿਰ ਕੈਨੇਡਾ ਅਮਰੀਕਾ 'ਚ ਸੌਦੇਬਾਜ਼ੀ ਕਰਕੇ ਵਿਆਹ ਕਰਨੇ ਸ਼ੁਰੂ ਕੀਤੇ, ਫਿਰ ਆਈਲੈਟਸ ਵਾਲਾ ਟੈਂਟਾ ਆ ਗਿਆ, ਕੱਚੇ ਪੱਕੇ ਵਿਆਹ। ਇੱਥੋਂ ਤੱਕ ਦਾ ਸਫ਼ਰ ਸਾਨੂੰ ਹਰੀ ਕ੍ਰਾਂਤੀ ਨੇ ਕਰਵਾਇਆ। ਕਿਉਂ ਕਰਵਾਇਆ? ਜੇ ਅਸੀਂ ਆਰਥਿਕ ਪੱਖੋਂ ਤੰਗ ਸੀ ਤਾਂ ਹੀ ਆਹ ਸਾਰਾ ਕੁਝ ਕੀਤਾ ਨਾ। ਬਿਲਕੁਲ। ਇਹਦਾ ਕੀ ਮਤਲਬ ਹੈ ਕਿ ਤੁਹਾਡੇ ਪੂਰੇ ਸਿਸਟਮ ਨੂੰ ਨੇਸਤੋ ਨਾਬੂਦ ਕਰਨ ਵਾਸਤੇ, ਤਬਾਹੋ ਬਰਬਾਦ ਕਰਨ ਵਾਸਤੇ ਉਹਨਾਂ ਨੇ ਹਰੀ ਕ੍ਰਾਂਤੀ ਵਾਲੀ ਛੁਰਲੀ ਛੱਡੀ ਤੇ ਉਹ ਛੁਰਲੀ ਉਹਨਾਂ ਨੇ ਕਾਮਯਾਬੀ ਨਾਲ ਚਲਾਈ। ਹੁਣ ਉਹ ਕਰਨ ਤੋਂ ਬਾਅਦ ਅੱਜ ਜਿਹੜੇ ਹਾਲਾਤ ਬਣੇ ਹੋਏ ਆ ਆਰਥਿਕ ਪੱਖੋਂ ਕਿਸਾਨਾਂ ਦੇ, ਉਹ ਆਪ ਗਾਹੇ ਬਗਾਹੇ ਲਗਾਤਾਰ ਇਹ ਗੱਲ ਕਹਿੰਦੇ ਰਹਿੰਦੇ ਆ। ਜਦੋਂ ਸਾਡੇ ਵਰਗੇ ਲੋਕ ਉਹਨਾਂ ਨੂੰ ਕਹਿੰਦੇ ਆ ਕਿ ਕੰਪਨੀਆਂ ਦੇ ਹੱਥਾਂ 'ਚ ਜ਼ਮੀਨ ਚਲੀ ਜਾਊਗੀ, ਤੁਹਾਨੂੰ ਉੱਥੇ ਦਿਹਾੜੀ ਕਰਨੀ ਪਊਗੀ, ਤਾਂ ਉਹ ਕਹਿੰਦੇ ਆ ਚੰਗੀ ਗੱਲ ਆ, 8 ਘੰਟੇ ਕੰਮ ਕਰਿਆ ਕਰਾਂਗੇ। ਮਤਲਬ ਸਾਡਾ ਜਿਹੜਾ ਮਾਈਂਡ ਆ ਉਹੀ ਚੇਂਜ ਕਰਤਾ ਉਹਨਾਂ ਨੇ। ਮਾਲਕਾਂ ਨੂੰ ਮਜ਼ਦੂਰ ਬਣਨ ਵਾਸਤੇ ਉਹਨਾਂ ਨੇ ਤਿਆਰ ਕਰਤਾ ਤੇ ਮਾਲਕ ਇਹ ਗੱਲ ਕਹਿੰਦੇ ਪਏ ਆ ਕਿ ਚੰਗਾ ਦਿਹਾੜੀ ਕਰ ਲਿਆ ਕਰਾਂਗੇ। ਪਰ ਦਬੜੀ ਖਾਨਾ ਸਾਹਿਬ ਇਹ ਜ਼ਰੂਰਤ ਕਿਉਂ ਪਈ? ਕਿਉਂਕਿ ਆਏ ਦਿਨ ਰੇਹਾਂ ਸਪਰੇਆਂ ਦੇ ਮੁੱਲ ਵਧ ਰਹੇ ਸੀ, ਸਰਕਾਰ ਨੂੰ ਸਭ ਕੁਝ ਮਿਲ ਰਿਹਾ ਸੀ। ਜਿੰਨੀ ਕਿ ਸਾਨੂੰ ਸਾਡੀ ਜਿਹੜੀ ਆ ਭਾਅ ਮਿਲਦਾ ਸੀ ਸਾਡੀ ਫਸਲ ਦਾ, ਸੀ ਉਨੇ ਕੁ ਭਾਅ ਤੇ ਵੇਚ ਆਉਂਦੇ ਹੁੰਦੇ ਸੀ, ਹਨਾ। ਤਾਂ ਅਸੀਂ ਆਪਣਾ ਸਾਡਾ ਵੀ ਕਾਰੋਬਾਰ ਵਧੀਆ ਸਾਡਾ ਚੱਲੀ ਜਾਂਦਾ ਸੀ, ਤੋਰੀ ਫੁਲਕਾ ਚੱਲੀ ਜਾਂਦਾ ਸੀ। ਜਦੋਂ ਸਰਕਾਰ ਨੂੰ ਵੀ ਚੰਗਾ ਮੁਨਾਫਾ ਹੋ ਰਿਹਾ ਸੀ, ਪਰ ਉਸ ਤੋਂ ਬਾਅਦ ਫਿਰ ਸਰਕਾਰ ਨੂੰ ਕੀ ਲੋੜ ਪੈ ਗਈ ਕਿਸਾਨਾਂ ਦੇ ਮੂੰਹ ਦੇ ਵਿੱਚੋਂ ਟੁੱਕ ਖੋਹਣ ਦੀ? ਦੇਖੋ, ਇਹ ਜਿਹੜੇ ਫੈਸਲੇ ਆ ਦੇਸ਼ ਨੂੰ ਚਲਾਉਣ ਵਾਲੇ ਫੈਸਲੇ, ਉਹ ਸਾਡੇ ਦੇਸ਼ ਦੇ ਵਿੱਚ ਸਾਡੇ ਨੇਤਾ ਨਹੀਂ ਲੈਂਦੇ। ਇਹ ਜਿਹੜਾ ਆਰਥਿਕ ਉਦਾਰਵਾਦ ਜਿਹੜਾ PV ਨਰਸਿਮਹਾ ਰਾਓ ਵੇਲੇ ਦੀ ਸਰਕਾਰ ਤੋਂ ਮਨਮੋਹਨ ਸਿੰਘ ਨੇ ਸ਼ੁਰੂ ਕੀਤਾ ਸੀ ਨਾ, ਵਿੱਤ ਮੰਤਰੀ ਹੁੰਦਿਆਂ, ਇਹ ਮਨਮੋਹਨ ਸਿੰਘ ਦੇ ਜਿਹੜੇ ਬੀਜੇ ਹੋਏ ਕੰਡੇ ਆ ਨਾ, ਪਹਿਲਾਂ ਡੰਕਲ, ਗੈਟ, WTO, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਹੱਥ ਵਢਾਏ ਆ ਉਦੋਂ, ਉਹ ਹੁਣ ਜਿਹੜੇ ਹੈਗੇ ਆ ਸਾਡੇ ਪੇਸ਼ ਪੈ ਗਏ ਆ। ਠੀਕ ਹੈ, ਇਹ ਸਾਰਾ ਕੁਝ ਜਿਹੜਾ ਹੈਗਾ ਇਹ WTO, ਵਰਲਡ ਬੈਂਕ ਇਹ ਤੈਅ ਕਰਦੇ ਪਏ ਆ। ਇੱਕ ਨਾ ਵਨ ਵਰਲਡ ਆਰਡਰ ਹੈ, ਇੱਕ ਥਿਊਰੀ ਹੈ, ਸਿਧਾਂਤ ਹੈ, ਜਿਹਦੇ ਤਹਿਤ ਜਿਹੜੇ ਕਾਰਪੋਰੇਟਸ ਹੈਗੇ ਆ ਉਹ ਦੁਨੀਆ ਤੇ ਇੱਕ ਪ੍ਰਕਾਰ ਦਾ ਹੀ ਰਾਜ ਚਾਹੁੰਦੇ ਆ। ਤਾਂ ਉਹਦੇ ਤਹਿਤ ਹਰ ਫੀਲਡ ਦੇ ਵਿੱਚ ਉਹਨਾਂ ਮੁਤਾਬਕ ਹੀ ਕੰਮ ਹੋਵੇ, ਉਹ ਉਹਨਾਂ ਨੇ ਵਿਉਂਤ ਕੇ ਅੱਗੇ ਦਿੱਤਾ ਹੋਇਆ ਆਪਦੀਆਂ ਜਿਹੜੀਆਂ ਸੰਸਥਾਵਾਂ, ਜਿਵੇਂ UNO ਹੈ, ਠੀਕ ਹੈ, UNO ਦੇ ਅੰਤਰਗਤ ਫਿਰ ਉਹ ਆ ਜਾਂਦੇ ਆ WTO, ਬਿਲਕੁਲ, ਵਰਲਡ ਬੈਂਕ, IMF, ਇਹ ਸਾਰੇ ਉਹਦੇ ਥੱਲੇ ਆ ਜਾਂਦੇ ਆ। ਤਾਂ ਇਹਨਾਂ ਤੱਕ ਇਹ ਸਾਰਾ ਕੁਝ ਤੈਅ ਕਰਕੇ ਦਿੱਤਾ ਹੋਇਆ ਵੀ ਇਹ ਸਾਰਾ ਕੁਝ ਇੱਦਾਂ ਇੱਦਾਂ ਕਰਨਾ। 2018 ਲਾਸਟ ਸਮਾਂ ਸੀਗਾ, ਆਖਰੀ ਸਾਲ ਸੀਗਾ WTO ਨੂੰ ਲਾਗੂ ਕਰਨ ਦਾ। ਉਹ ਉਦੋਂ ਤਾਂ ਨਹੀਂ ਹੋ ਸਕਿਆ,
ਹੁਣ ਜਿਹੜਾ ਡੰਡਾ ਚੜਿਆ ਹੋਇਆ ਉਹਦੇ ਕਰਕੇ WTO ਮੁਤਾਬਕ ਜਿਹੜੀਆਂ ਸ਼ਰਤਾਂ ਸਰਕਾਰ ਨੇ ਮੰਨੀਆਂ ਹੋਈਆਂ ਮਨਮੋਹਨ ਸਿੰਘ ਵੇਲੇ ਤੋਂ, ਉਹਨਾਂ ਸ਼ਰਤਾਂ ਤੋਂ ਪਿੱਛੇ ਹਟਣਾ ਇਹਨਾਂ ਲਈ ਸੌਖਾ ਨਹੀਂ ਹੈ। ਠੀਕ ਹੈ, ਪਰ ਜੇ ਲੋਕ ਪ੍ਰੈਸ਼ਰ ਬਣਾ ਲੈਣ, ਇਹ ਦੇਸ਼ ਸਾਡਾ, ਬਿਲਕੁਲ ਕਿਸੇ ਨਰਿੰਦਰ ਮੋਦੀ ਜਾਂ ਨਿਤਨ ਗਡਕਰੀ ਦਾ ਨਹੀਂਗਾ ਇਹ ਦੇਸ਼, ਇਹ ਸਾਡਾ ਦੇਸ਼ ਆ। ਸਾਡੇ ਦੇਸ਼ ਦੇ ਵਿੱਚ ਫੈਸਲੇ ਸਾਡੇ ਹਿੱਤ 'ਚ ਤੇ ਸਾਡੇ ਅਨੁਸਾਰ ਹੋਣੇ ਚਾਹੀਦੇ ਆ। ਦੇਸ਼ ਲੋਕਾਂ ਦਾ ਤੇ ਲੋਕਾਂ ਨੂੰ ਡਾਂਗਾ, ਤੇ ਜਿਹੜੇ WTO ਦੇ, UNO ਦੇ, ਵਰਲਡ ਬੈਂਕ ਦੇ ਹੱਥ ਟੋਕੇ ਲੀਡਰ ਹੈ, ਉਹ ਫੈਸਲੇ ਕਰਦੇ ਪਏ ਆ ਸਾਡੀ ਕਿਸਮਤ ਦੇ। ਬਿਲਕੁਲ ਠੀਕ ਹੈ, ਬਿਲਕੁਲ। ਮਨਮੋਹਨ ਸਿੰਘ ਵਰਲਡ ਬੈਂਕ ਦਾ ਪੈਨਸ਼ਨਰ, ਜਿਹੜਾ ਪੰਜਾਬ ਦਾ ਹੁਣ ਪਲੈਨਿੰਗ ਬੋਰਡ ਦਾ ਇੱਕ ਚੇਅਰਮੈਨ ਬਣਾਇਆ ਮੋਹਨਟੇਕ ਸਿੰਘ ਆਹਲੂਵਾਲੀਆ, ਉਹ ਵਰਲਡ ਬੈਂਕ ਦਾ ਪੈਨਸ਼ਨਰ। ਕਾਂਗਰਸ ਦੀ ਸਰਕਾਰ ਵੇਲੇ, ਮਨਮੋਹਨ ਸਿੰਘ ਦੀ ਸਰਕਾਰ ਵੇਲੇ ਮਨਮੋਹਨ ਸਿੰਘ ਵਰਲਡ ਬੈਂਕ ਦਾ ਪੈਨਸ਼ਨਰ, ਮੋਹਨਟੇਕ ਆਹਲੂਵਾਲੀਆ ਵਰਲਡ ਬੈਂਕ ਦਾ ਪੈਨਸ਼ਨਰ। ਉਦੋਂ ਪਲੈਨਿੰਗ ਕਮਿਸ਼ਨ ਹੁੰਦਾ ਸੀ, ਤੇ ਪੀ ਚਿਦੰਬਰਮ ਜਿਹੜਾ ਵਿੱਤ ਮੰਤਰੀ ਹੁੰਦਾ ਸੀ ਉਦੋਂ ਦਾ, ਉਹ ਵੀ ਵਰਲਡ ਬੈਂਕ ਦਾ ਪੈਨਸ਼ਨਰ। ਹੁਣ ਬੰਦੇ ਵਰਲਡ ਬੈਂਕ ਦੇ ਤੇ ਗੱਲ ਸਾਡੇ ਲੋਕਾਂ ਦੀ ਕਿਵੇਂ ਕਰਨਗੇ? ਠੀਕ ਹੈ, ਆ ਜਿਹੜਾ ਇਸ ਵੇਲੇ ਸਾਡੇ ਤੇ ਸਿਸਟਮ ਥੋਪਿਆ ਜਾ ਚੁੱਕਿਆ 2014 ਤੋਂ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਏਗਾ, ਉਹ ਮੇਰੀ ਜਾਂ ਤੁਹਾਡੀ ਮਰਜ਼ੀ ਥੋੜੀ ਸੀ, ਉਹ ਤਾਂ ਉਹਨਾਂ ਦੀ ਮਰਜ਼ੀ ਸੀ ਵੀ ਕੌਣ ਸਾਡੇ ਕੰਮ ਨੂੰ ਸੌਖਾ ਕਰੇਗਾ। ਧਾਕੜ ਬੰਦਾ ਚਾਹੀਦਾ ਸੀ ਉਹਨਾਂ ਨੂੰ। ਠੀਕ ਹੈ, ਉਹਨਾਂ ਦੇ ਮੁਤਾਬਕ ਚੱਲਣ ਵਾਲਾ। ਅਗਲਿਆਂ ਨੇ ਉਹਨੂੰ ਇਸ ਰੂਪ 'ਚ ਪੇਸ਼ ਕਰਤਾ ਵੀ ਲੋਕਾਂ ਨੇ ਉਹਨੂੰ ਪ੍ਰਧਾਨ ਮੰਤਰੀ ਬਣਾਤਾ। ਤਾਂ ਜਦੋਂ ਪ੍ਰਧਾਨ ਮੰਤਰੀ ਕੌਣ ਹੋਏਗਾ, ਵਿੱਤ ਮੰਤਰੀ ਕੌਣ ਹੋਏਗਾ, ਵਿਦੇਸ਼ ਮੰਤਰੀ ਕੌਣ ਹੋਏਗਾ, ਇਹ ਸਾਰਾ ਕੁਝ ਅਮਰੀਕਾ ਤੋਂ, ਜਨੇਵਾ ਤੋਂ, UNO ਤੋਂ ਤੈਅ ਹੋਏਗਾ। ਤਾਂ ਇਸ ਦੇਸ਼ ਦੀ ਜਿਹੜੀ ਕਿਸਮਤ ਹੈ, ਜੇ ਇਹਨਾਂ ਲੋਕਾਂ ਦੇ ਹੱਥ 'ਚ ਆ ਗਈ ਆ ਲਿਖਣੀ, ਤਾਂ ਇਹਨੂੰ ਬਰਬਾਦ ਕਰਕੇ ਛੱਡਣਗੇ। ਬਿਲਕੁਲ। ਕਿਸਾਨਾਂ ਦੇ ਹਿੱਤ ਦੇ ਨਾਂ ਤੇ ਕਿਸਾਨ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਆ। ਪਹਿਲਾਂ ਬਿੱਲ ਆ ਗਏ, ਬਿੱਲ ਤੋਂ ਕਾਨੂੰਨ ਬਣ ਜਾਏਗਾ, ਪਾਸ ਹੋ ਗਿਆ ਜਦੋਂ। ਠੀਕ ਹੈ, ਹੁਣ ਹੋਣਾ ਕੀ ਚਾਹੀਦਾ? ਹੋਣਾ ਇਹ ਚਾਹੀਦਾ ਕਿ ਜਿਹੜਾ ਕਿਸਾਨ ਸੰਘਰਸ਼ ਹੈ ਉਹ ਬਹੁਤ ਹੀ ਵਧੀਆ ਦਿਸ਼ਾ ਲੈ ਰਿਹਾ। ਬਿਲਕੁਲ, ਤਾਕਤ ਫੜ ਰਿਹਾ, ਦਿਨੋਂ ਦਿਨ ਮਜ਼ਬੂਤ ਹੁੰਦਾ ਜਾ ਰਿਹਾ। ਖੁਸ਼ੀ ਦੀ ਗੱਲ ਇਹ ਵੀ ਹੈ ਕਿ ਨੌਜਵਾਨ ਉਹਦੇ ਵਿੱਚ ਵੱਡੇ ਪੱਧਰ ਤੇ ਆ ਰਹੇ ਆ, ਸ਼ਿਰਕਤ ਕਰਦੇ ਪਏ ਆ। ਤੇ ਇਸ ਮੌਕੇ ਮੈਂ ਜਿਹੜੇ ਨੌਜਵਾਨ ਸਾਨੂੰ ਸੁਣਦੇ ਪਏ ਆ, ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਖੁਦ ਤੇ ਹੋਰ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮਸਲੇ ਪ੍ਰਤੀ ਜਾਣੂ ਹੋਵੋ, ਜਾਣੂ ਕਰਵਾਓ, ਤੇ ਇਸ ਸੰਘਰਸ਼ ਦਾ ਇੱਕ ਤਗੜਾ ਹਿੱਸਾ ਬਣੋ। ਕਿਉਂਕਿ ਨੌਜਵਾਨਾਂ ਦੀ ਸ਼ਮੂਲੀਅਤ ਤੋਂ ਬਿਨਾਂ ਕੋਈ ਵੀ ਲੜਾਈ ਜਿਹੜੀ ਹੈਗੀ ਆ, ਲੜੀ ਤਾਂ ਜਾ ਸਕਦੀ ਹੈ, ਜਿੱਤੀ ਨਹੀਂ ਜਾ ਸਕਦੀ। ਠੀਕ ਹੈ, ਤਾਂ ਸਾਡੇ ਕੋਲੇ ਹੁਣ ਨੌਜਵਾਨ ਵੀ ਆ ਗਿਆ ਪਿੱਛੇ, ਤੇ ਆ ਵੀ ਰਿਹਾ। ਬਿਲਕੁਲ। ਹੁਣ ਤਾਂ ਗੱਲ ਸਿਰਫ ਇੱਥੇ ਆ ਕਿ ਕੀ ਸਾਡੀ ਲੀਡਰਸ਼ਿਪ ਦੇ ਵਿੱਚ ਇੰਨਾ ਦਮ ਹੈਗਾ ਕਿ ਉਹ ਅੱਖਾਂ 'ਚ ਅੱਖਾਂ ਪਾ ਕੇ, ਜੇ ਉਹਨੂੰ ਗੁਲਾਮੇ 'ਚ ਹੱਥ ਪਾਉਣ ਦੀ ਲੋੜ ਪੈਂਦੀ ਹੈ, ਤਾਂ ਗੁਲਾਮੇ 'ਚੋਂ ਹੱਥ ਪਾ ਕੇ, ਗੁਲਾਮੇ 'ਚ ਹੱਥ ਪਾ ਕੇ ਇਹਨਾਂ ਜਿਹੜੇ ਲੋਕ ਦੋਖੀ ਉੱਪਰ ਬੈਠੇ ਸਰਕਾਰਾਂ ਦੇ ਵਿੱਚ, ਉਹਨਾਂ ਨੂੰ ਸੜਕ ਤੇ ਘਸੀਟ ਸਕਣਗੇ। ਹੁਣ ਗੱਲ ਹੈਗੀ ਆ ਆਰ ਜਾਂ ਪਾਰ ਦੀ। ਬਿਲਕੁਲ। ਮੇਰਾ ਮੰਨਣਾ, ਮੈਂ ਇੱਕ ਆਰਟੀਕਲ ਵੀ ਲਿਖਿਆ ਸੀ, ਉਹਦੇ ਵਿੱਚ ਮੈਂ ਲਿਖਿਆ ਕਿ ਸਾਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਪਹਿਲਾਂ ਮਰਨ ਕਬੂਲ ਕਰ ਚੁੱਕੀ ਹੋਵੇ। ਜਿਹੜਾ ਬੰਦਾ ਮੂਹਰੇ ਲੱਗੇਗਾ, ਉਹ ਇਹ ਮੰਨ ਕੇ ਮੂਹਰੇ ਲੱਗਿਆ ਵੀ ਮੈਂ ਅੱਜ ਘਰੋਂ ਨਿਕਲਿਆ ਤਾਂ ਮਰਨ ਵਾਸਤੇ ਨਿਕਲਿਆ। ਬਿਲਕੁਲ। ਜਾਂ ਤਾਂ ਜਿੱਤਾਂਗਾ ਜਾਂ ਮਰਾਂਗਾ, ਹਾਰ ਦਾ ਸਵਾਲ ਹੀ ਨਹੀਂ। ਜੇ ਇਸ ਸਮੁੱਚੀ ਲੀਡਰਸ਼ਿਪ ਦੇ ਵਿੱਚੋਂ ਇੱਕ ਲੀਡਰ ਜਿਹਨੂੰ ਇਹਨਾਂ ਨੇ ਆਪਦਾ ਮੁਖੀ ਥਾਪਤਾ ਵੀ ਇਹਦੀ ਅਗਵਾਈ 'ਚ ਅਸੀਂ ਸੰਘਰਸ਼ ਲੜਾਂਗੇ, ਉਹ ਬੰਦਾ ਆਪਦੀ ਜ਼ਿੰਦਗੀ ਦਾਅ ਤੇ ਲਾ ਕੇ ਇਸ ਲੜਾਈ ਨੂੰ ਲੀਡ ਕਰਦਾ, ਤਾਂ ਲੜਾਈ ਜਿੱਤੀ ਜਾਊਗੀ। ਨਹੀਂ ਤਾਂ ਸਮਝੌਤੇ ਦੀ ਮੇਜ਼ ਤੇ ਬੈਠਦੇ ਆ। ਤੇ ਅਸੀਂ ਹੁਣ ਤੱਕ ਦੇਖਿਆ ਵੀ ਜਿੰਨੇ ਸੰਘਰਸ਼ ਲੜੇ ਗਏ ਆ, ਸਮਝੌਤੇ ਦੀ ਮੇਜ਼ ਤੇ ਬੈਠਣ ਤੋਂ ਬਾਅਦ ਉਹ ਸੰਘਰਸ਼ ਖਤਮ ਕਰ ਦਿੱਤੇ ਜਾਂਦੇ ਆ। ਪਰ ਨਿਕਲਿਆ ਕੀ, ਮਿਲਿਆ ਕੀ, ਉਹ ਆਖਰ ਤੱਕ ਕਿਸੇ ਨੂੰ ਪਤਾ ਨਹੀਂ ਲੱਗਦਾ।
ਠੀਕ ਹੈ। ਅੱਛਾ, ਇੱਕ ਤਾਂ ਹੁਣ ਜਿਹੜਾ ਮੈਂ ਕਹਿ ਰਿਹਾ, ਜਿਹੜੇ ਲੋਕ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਆ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੀਡਰਸ਼ਿਪ ਦੇ ਉੱਤੇ ਵੀ ਇੰਨਾ ਪ੍ਰੈਸ਼ਰ ਬਣਾ ਕੇ ਰੱਖੋ ਵੀ ਜੇ ਤੁਸੀਂ ਭੱਜੇ ਤਾਂ ਤੁਹਾਡੀ ਵੀ ਖੈਰ ਨਹੀਂ। ਬਿਲਕੁਲ, ਅਸੀਂ ਖੜੇ ਆ ਨਾ, ਜੇ ਤੁਸੀਂ ਭੱਜੇ ਹੁਣ ਤੁਹਾਡੀ ਖੈਰ ਨਹੀਂ। ਇਹ ਲੜਾਈ ਜੇ ਅੱਜ ਨਹੀਂ ਤਾਂ ਫਿਰ ਕੱਲ ਵੀ ਨਹੀਂ। ਬਿਲਕੁਲ। ਅੱਛਾ, ਇੱਕ ਦਬੜੀ ਖਾਨਾ ਸਾਹਿਬ ਹੋਰ ਚਿੰਤਾ ਜਤਾਈ ਜਾ ਰਹੀ ਹੈ ਕਿ ਕਿਸਾਨ ਤਾਂ ਅੱਗੇ ਆ ਰਹੇ ਆ, ਪਰ ਇਹ ਜਿਹੜਾ ਬਿੱਲ ਆ ਇਹ ਇਕੱਲੇ ਕਿਸਾਨਾਂ ਨੂੰ ਹੀ ਸੰਕਟ 'ਚ ਨਹੀਂ ਪਾਊਗਾ। ਕਹਿੰਦੇ ਕਿਸਾਨਾਂ ਤੋਂ ਲੈ ਕੇ ਛੋਟੇ ਵਰਕਸ਼ਾਪ ਦੇ ਕਰਿੰਦੇ, ਜਿਨ੍ਹਾਂ ਦੀਆਂ ਛੋਟੀਆਂ ਵਰਕਸ਼ਾਪਾਂ ਨੇ, ਜਿਹੜੇ ਆਪਣਾ ਗੁਜ਼ਾਰਾ ਕਰਦੇ ਆ, ਕਿਸਾਨਾਂ ਦੇ ਜੋ ਟਰੈਕਟਰ, ਕਿਸਾਨਾਂ ਦੇ ਸੰਦ ਸੰਦੇੜੇ ਉਹਦੇ ਕੋਲੇ ਆਉਂਦੇ ਆ, ਤਾਂ ਉੱਥੋਂ ਉਹਨਾਂ ਦਾ ਘਰ ਚੱਲਦਾ, ਉਹਨਾਂ ਦਾ ਗੁਜ਼ਾਰਾ ਹੁੰਦਾ। ਤਾਂ ਇਹ ਕਹਿੰਦੇ ਕਿਸਾਨ ਤੋਂ ਲੈ ਕੇ ਆੜਤੀਆ ਵਰਗ, ਉਸ ਤੋਂ ਥੱਲੇ ਅਖੀਰ ਤੱਕ ਜਿਹੜੇ ਵਰਕਸ਼ਾਪ ਵਾਲੇ ਹੁੰਦੇ, ਉਹਨਾਂ ਤੇ ਵੀ ਪੂਰਾ ਜਿਹੜਾ ਗਹਿਰਾ ਅਸਰ ਇਹ ਕਾਲੇ ਬਿੱਲ ਨੇ ਪਾਉਣਾ ਆ। ਦੇਖੋ, ਖੇਤੀ ਸਾਡੀ ਰੀੜ ਹੈ। ਖੇਤੀ ਦੇ ਨਾਲ ਪੰਜਾਬ ਦਾ ਸਾਰਾ ਕੁਝ ਹੀ ਜੁੜਿਆ ਹੋਇਆ, ਬਿਲਕੁਲ, ਹਰਿਆਣੇ ਦਾ ਵੀ। ਠੀਕ ਹੈ। ਤਾਂ ਕਿਸਾਨ ਦੁਆਲੇ ਇਹ ਸਾਰੇ ਲੋਕ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਬਿਲਕੁਲ, ਉਹ ਕਿਸਾਨ ਦੇ ਆਲੇ ਦੁਆਲੇ ਆ। ਬਿਲਕੁਲ ਜੀ, ਕਿਸਾਨ ਨਾਲ ਜੁੜੇ ਹੋਏ। ਬਿਲਕੁਲ। ਕਿਸਾਨ ਦੇ ਸਿਰ ਤੇ ਉਹਨਾਂ ਦਾ ਘਰ ਚੱਲਦਾ, ਉਹਨਾਂ ਦੇ ਕਾਰੋਬਾਰ ਚੱਲਦੇ ਆ। ਛੋਟੇ ਦੁਕਾਨਦਾਰ ਤੋਂ ਲੈ ਕੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਸੰਦ ਸੰਦੇੜਿਆਂ ਦਾ ਕੰਮ ਕਰਦੇ ਲੋਕ ਬੈਠੇ ਆ, ਉਹ ਵੀ, ਜਿਹੜੇ ਵੱਡੀਆਂ ਮਸ਼ੀਨਾਂ ਬਣਾਉਣ ਵਾਲੀਆਂ ਫਰਮਾਂ, ਉਹ ਵੀ, ਉਹ ਸਾਰੇ ਜਿਹੜੇ ਲੋਕ ਹੈਗੇ ਆ ਉਹ ਕਿਸਾਨ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਆ। ਉਸ ਤੋਂ ਬਾਅਦ ਸ਼ਹਿਰੀ ਦੁਕਾਨਦਾਰ, ਆੜਤੀਏ, ਇਹ ਸਾਰੇ। ਜਦੋਂ ਖੇਤੀ ਕੰਪਨੀਆਂ ਦੇ ਕਬਜ਼ੇ 'ਚ ਚਲੀ ਗਈ, ਚਾਹੇ ਸ਼ੁਰੂ 'ਚ ਕੰਟਰੈਕਟ ਫਾਰਮਿੰਗ ਰਾਹੀਂ ਚਾਹੇ ਜਾਵੇ, ਖੇਤ ਹੋ ਜਾਣੇ ਆ 4-4 ਹਜ਼ਾਰ ਏਕੜ ਦੇ, 10-10 ਹਜ਼ਾਰ ਏਕੜ ਦੇ। ਠੀਕ ਹੈ। ਬਿਲਕੁਲ। ਤਾਂ ਉਹਦੇ ਨਾਲ ਹੋਣਾ ਕੀ ਆ ਫਿਰ, ਕਿ ਇਹ ਜਿਹੜੇ ਸਾਰੇ ਲੋਕ ਆ ਇਹ ਇੱਕਦਮ ਬਾਹਰ ਹੋ ਜਾਣਗੇ। ਬਿਲਕੁਲ। 10,000 ਏਕੜ ਦੇ ਖੇਤ ਦੇ ਵਿੱਚ ਸਾਡੇ ਲੋਕਲ ਸੰਦ ਨਹੀਂ ਚੱਲਣੇ। ਉਹ ਤਾਂ ਵੱਡੀਆਂ ਮਲਟੀਨੈਸ਼ਨਲਸ ਦੀਆਂ ਵੱਡੀਆਂ ਕੰਬਾਈਨਾਂ, 4x4 ਟਰੈਕਟਰ, ਇਹੋ ਜਿਹੇ ਸੰਦ ਚੱਲਣੇ ਆ। ਤੇ ਉਹ ਕੌਣ ਲੈ ਕੇ ਆਏਗਾ? ਉਹ ਵੱਡੇ ਲੋਕ ਹੀ ਲੈ ਕੇ ਆਉਣਗੇ। ਬਿਲਕੁਲ। ਠੀਕ ਹੈ ਨਾ, ਮਤਲਬ ਕਾਰਪੋਰੇਟ ਹੀ ਲੈ ਕੇ ਆਏਗਾ ਉਹ ਸਾਰਾ ਕੁਝ। ਬਿਲਕੁਲ। ਤਾਂ ਆਪਾਂ ਜਿਹੜੇ ਲੋਕਾਂ ਨੂੰ ਇਹ ਭੁਲੇਖਾ ਹਾਲੇ ਕਿ ਸਾਡਾ ਕੀ ਹੈ, ਕਿਸਾਨਾਂ ਦਾ ਹੀ ਮਸਲਾ, ਬਿਲਕੁਲ, ਉਹਨਾਂ ਨੂੰ ਇਹ ਭੁਲੇਖਾ ਦੂਰ ਕਰ ਲੈਣਾ ਚਾਹੀਦਾ। ਜਿਹੜਾ ਮੈਂ ਦਬੜੀ ਖਾਨੇ ਬੈਠਾ ਤੇ ਜੈਤੋ ਮੰਡੀ, ਬਠਿੰਡਾ, ਗੋਨੇਆਣੇ ਤੇ ਬਾਜੇ ਖਾਨੇ ਜਿਹੜੇ ਆੜਤੀਏ ਬੈਠੇ ਆ, ਛੋਟੇ ਵੱਡੇ ਦੁਕਾਨਦਾਰ ਬੈਠੇ ਆ, ਉਹਨਾਂ ਨੂੰ ਵੀ ਇਹ ਗੱਲ ਧਿਆਨ 'ਚ ਆਉਣੀ ਚਾਹੀਦੀ ਹੈ ਕਿ ਜੇ ਕਿਸਾਨ ਮਰੇਗਾ ਤਾਂ ਮਿੱਤਰੋ ਬਚਦੇ ਤੁਸੀਂ ਵੀ ਨਹੀਂ। ਠੀਕ ਹੈ। ਇਹ ਸਾਰਾ ਮਸਲਾ ਜਿਹੜਾ ਹੈਗਾ ਸਾਰੇ ਹੀ ਢਾਂਚੇ ਨੂੰ ਉਲਟਾ ਦੇਗਾ। ਠੀਕ ਹੈ। ਹੁਣ ਉਹ ਕਹਿ ਰਹੇ ਆ ਕਿ ਦੇਖੋ ਜੀ, ਜਿਹੜਾ ਐਗਰੀਕਲਚਰ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਬਿੱਲ ਹੈ, ਠੀਕ ਹੈ, ਵਣਜ ਅਤੇ ਵਪਾਰ ਬਿੱਲ, ਬਿਲਕੁਲ, ਉਹਦੇ ਤਹਿਤ ਕਿਸਾਨ ਨੂੰ ਜਿਹੜਾ ਹੈਗਾ ਆਪਦੀ ਜਿਹੜੀ ਜਿਣਸ ਹੈ ਉਹ ਦੇਸ਼ ਭਰ ਦੇ ਵਿੱਚ ਕਿਤੇ ਵੀ ਵੇਚ ਸਕਦਾ। ਬਿਲਕੁਲ, ਇਜਾਜ਼ਤ ਹੈ। ਬਿਲਕੁਲ। ਠੀਕ ਹੈ। ਪਹਿਲੀ ਗੱਲ ਤਾਂ ਇਹ ਵੀ ਜਦੋਂ ਉਹ ਪਿੰਡ ਦੀ ਮੰਡੀ 'ਚ ਸੁੱਟ ਲੈਂਦਾ, ਉੱਥੇ ਤਾਂ ਉਹਦੀ ਕਣਕ ਰੁਲ ਜਾਂਦੀ ਹੈ। ਉੱਥੇ ਤਾਂ ਉਹਨੂੰ ਆਪਦਾ ਜਿਹੜਾ ਹੈਗਾ ਉਦੋਂ ਰੌਲਾ ਪਾ ਕੇ, ਪ੍ਰੈਸ਼ਰ ਬਣਾ ਕੇ ਆਪਦਾ ਕੰਮ ਕੱਢਣਾ ਪੈਂਦਾ। ਬਿਲਕੁਲ ਜੀ। ਉਹਨੂੰ ਕਈ ਦਿਨ ਖੇਤਾਂ ਮੰਡੀਆਂ 'ਚ ਰੁਲਣਾ ਪੈਂਦਾ। ਤੇ ਦੂਜੀ ਗੱਲ ਉਹਦੇ ਵਿੱਚ ਇਹ ਕਿਹਾ ਗਿਆ ਵੀ ਤੁਸੀਂ ਆਪਦਾ ਮਾਲ ਸਟੋਰ ਕਰ ਸਕਦੇ ਹੋ, ਜਦੋਂ ਚਾਹੇ, ਜਿਹਨੂੰ ਚਾਹੇ, ਜਿਹੜੇ ਮਰਜ਼ੀ ਰੇਟ ਤੇ ਵੇਚ ਦਿਓ। ਠੀਕ ਹੈ। ਮੈਨੂੰ ਇਹ ਦੱਸੋ, 80% ਕਿਸਾਨ 2.5 ਤੋਂ 5 ਏਕੜ ਵਾਲੇ ਆ। ਬਿਲਕੁਲ ਹੈਗੇ ਜੀ। ਉਹ ਭਰਾਵੋ, ਉਹ ਸਟੋਰੇਜ ਵਾਲਾ ਜੁਗਾੜ ਲਿਆਉਣਗੇ ਕਿੱਥੋਂ? ਠੀਕ ਹੈ। ਉਹਨਾਂ ਦੇ ਘਰ ਤਾਂ ਛੋਟੇ ਆ, ਸਟੋਰੇਜ ਕਿੱਥੋਂ ਖੜੀ ਕਰਨਗੇ? ਸਟੋਰੇਜ ਸਿਸਟਮ। ਠੀਕ ਹੈ। ਤਾਂ ਜਦੋਂ ਸਟੋਰੇਜ ਹੀ ਨਹੀਂ ਕਰ ਸਕਣਗੇ ਤਾਂ ਉਹਨਾਂ ਨੂੰ ਵੇਚਣਾ ਪਊਗਾ। ਬਿਲਕੁਲ। ਠੀਕ ਹੈ। ਤੇ ਜੇ ਇਹ ਕਾਨੂੰਨ ਲਾਗੂ ਹੁੰਦਾ ਤਾਂ ਉਹ ਕਿਹਨੂੰ ਵੇਚਣਗੇ? ਪ੍ਰਾਈਵੇਟ ਨੂੰ। ਕਹਿੰਦੇ ਜੀ ਅਸੀਂ MSP ਖਤਮ ਨਹੀਂ ਕੀਤਾ। ਇਹ ਕਹਿ ਰਹੇ ਹਨ ਵੀ ਅਸੀਂ MSP ਖਤਮ ਨਹੀਂ ਕੀਤਾ। ਨਹੀਂ ਕੀਤਾ। ਜਦੋਂ ਅੱਜ MSP ਲਾਗੂ ਹੈ, ਅੱਜ 600 ਰੁਪਏ ਕੁਆਂਟਲ ਮੱਕੀ ਖਰੀਦ ਗਏ। ਬਿਲਕੁਲ। ਵਪਾਰੀ 1750 ਰੁਪਏ ਵਾਲੀ। ਠੀਕ ਹੈ। MSP ਲਾਗੂ ਦੇ ਬਾਵਜੂਦ ਤਾਂ ਫਿਰ ਤੁਸੀਂ MSP ਜਿਹੜਾ ਲਾਗੂ ਹੈ ਉਹਨੂੰ ਸਹੀ ਤਰੀਕੇ ਲਾਗੂ ਕਰਵਾਉਣ ਲਈ ਕੀ ਕੀਤਾ? ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ MSP ਖਤਮ ਨਹੀਂ ਕੀਤਾ। ਸਰਕਾਰ ਨੇ ਇਸ ਗੱਲ ਦੀ ਕੋਈ ਗਾਰੰਟੀ ਲਈ ਹੈ
ਸਾਨੂੰ ਲਿਖਤੀ ਰੂਪ ਦੇ ਵਿੱਚ ਉਸ ਕਾਨੂੰਨ 'ਚ ਲਿਖ ਕੇ ਦਿੱਤਾ ਵੀ ਜੇ ਕੋਈ ਵਪਾਰੀ ਜਾਂ ਕਾਰਪੋਰੇਟ MSP ਤੋਂ ਥੱਲੇ ਖਰੀਦਦਾ ਤਾਂ ਅਸੀਂ ਉਹਨੂੰ ਅੰਦਰ ਕਰਾਂਗੇ, ਅਸੀਂ ਉਹਨੂੰ ਬਣਦੀ ਸਜ਼ਾ ਦੇਵਾਂਗੇ, ਅਸੀਂ ਉਹਨੂੰ ਇਸ ਮਾਮਲੇ 'ਚੋਂ ਦਫਾ ਕਰ ਦਿਆਂਗੇ। ਅਜਿਹਾ ਤਾਂ ਕੁਝ ਨਹੀਂ। ਬਿਲਕੁਲ। ਹੁਣ ਤੱਕ ਵੀ MSP ਤੋਂ ਥੱਲੇ ਵਪਾਰੀ ਖਰੀਦਦੇ ਪਏ ਆ, ਉਹ ਪੂਲ ਕਰ ਲੈਂਦੇ ਆ, ਵਪਾਰੀ ਆਪਦਾ ਪੂਲ ਕਰ ਲੈਂਦੇ ਆ। 5 10 20 ਵਪਾਰੀ ਮਿਲ ਕੇ ਜੇ ਉਹਨਾਂ ਨੇ ਬਾਸਮਤੀ 1500 ਨੂੰ ਖਰੀਦਣੀ ਆ ਤਾਂ ਉਹ 1500 ਨੂੰ ਕੁਆਂਟਲ ਖਰੀਦਣਗੇ, ਤੇ ਜੇ ਉਹਨਾਂ ਨੇ 2500 ਨੂੰ ਖਰੀਦਣੀ ਆ ਤਾਂ ਉਹ 2500 ਨੂੰ ਖਰੀਦਣਗੇ। ਇਹ ਹੋ ਰਿਹਾ ਕਿ ਨਹੀਂ ਹੋ ਰਿਹਾ? ਬਿਲਕੁਲ। ਜਦੋਂ MSP ਹੈਗਾ ਉਦੋਂ ਉਹ ਇਹ ਗੇਮਾਂ ਖੇਡ ਜਾਂਦੇ ਆ, ਤੇ ਜਦੋਂ MSP ਇਹ ਕਹਿ ਰਹੇ ਆ ਅਸੀਂ ਖਤਮ ਨਹੀਂ ਕੀਤਾ, ਤੇ ਤੁਸੀਂ ਹੁਣ ਵੀ ਕੋਈ ਗਾਰੰਟੀ ਨਹੀਂ ਹੈਗੀ ਤੇ ਉਦੋਂ ਵੀ ਕੋਈ ਗਾਰੰਟੀ ਨਹੀਂ ਹੈਗੀ। ਕਿਸਾਨ ਦਾ ਮਾਲ MSP ਤੇ ਵਿਕੇ, ਇਹਦੀ ਕੀ ਗਾਰੰਟੀ ਆ? 1 ਨੰਬਰ 2 ਕਹਿੰਦੇ ਵੀ ਜੇ ਮੰਡੀ ਤੋਂ ਬਾਹਰ ਵੇਚੋਗੇ ਤਾਂ 1% 1.5% ਟੈਕਸ, ਜੇ ਮੰਡੀ ਦੇ ਵਿੱਚ ਵੇਚੋਗੇ ਲਿਜਾ ਕੇ ਤਾਂ 8.5% ਟੈਕਸ। ਇਹ ਕੀ ਗੇਮ ਹੈ? ਬੜੇ ਸ਼ਾਤਰ ਲੋਕ ਬੈਠੇ ਆ ਉੱਤੇ। ਹਰ ਕਿਸਾਨ ਆ ਜਿਹੜਾ, ਹਰ ਆਮ ਬੰਦਾ, ਉਹ ਕਿਤੇ ਨਾ ਕਿਤੇ ਲਾਲਚ ਤਾਂ ਕਰਦਾ ਹੀ ਆ ਵੀ ਮੈਨੂੰ 4 ਪੈਸੇ ਵੱਧ ਬਚਣ। ਠੀਕ ਹੈ, ਤਾਂ ਜੇ 8.5% ਅੰਦਰ ਟੈਕਸ ਲੱਗਦਾ ਪਿਆ, ਉਹਨੂੰ ਖਰਚੇ ਪੈਂਦੇ ਪਏ ਆ 1 ਕੁਆਂਟਲ ਮਗਰ, ਠੀਕ ਹੈ, ਤਾਂ ਉਹਨੂੰ ਪਤਾ ਵੀ ਬਾਹਰ ਯਾਰ 1% ਤੇ ਮੇਰਾ ਉਸੇ ਰੇਟ ਵਿਕ ਜਾਣਾ, ਜਿਹੜਾ ਕਿ 2-3 ਸਾਲ ਉਹ ਲੈਣਗੇ। ਬਿਲਕੁਲ। ਠੀਕ ਹੈ, ਤਾਂ ਉਹ 2 ਵਰ੍ਹਿਆਂ ਤੱਕ ਜੇ ਇਹ ਗੇਮ ਚੱਲ ਗਈ, ਕਿਸਾਨ ਮੰਡੀ 'ਚ ਜਾਏਗਾ ਨਹੀਂ ਆਪ ਹੀ, ਵੀ ਉੱਥੇ ਉਹਨੂੰ 8.5% ਟੈਕਸ ਪੈ ਰਿਹਾ, ਇਹ ਬਾਹਰੋਂ 4 ਪੈਸੇ ਵੱਧ ਬਣਨਗੇ, ਤੇ ਬਾਹਰੋਂ 1% ਪੈ ਰਿਹਾ। ਉਹ 100-150 ਰੁਪਇਆ ਦਾ ਜਿਹੜਾ ਲਾਲਚ ਆ, ਉਸ ਚੱਕਰ 'ਚ ਕੰਪਨੀਆਂ ਦੇ ਧੱਕੇ ਚੜ ਜੂਗਾ, ਢਹੇ ਚੜ ਜੂਗਾ। ਕੰਪਨੀਆਂ 2 ਸਾਲ ਉਹਦਾ ਮਾਲ ਖਰੀਦਣਗੀਆਂ ਵਧੀਆ ਰੇਟ ਤੇ, ਹੋ ਸਕਦਾ 100 ਰੁਪਇਆ ਵੱਧ ਤੇ ਵੀ ਖਰੀਦ ਲੈਣ, ਤੇ ਜਦੋਂ 2 ਸਾਲਾਂ ਦੇ ਬਾਅਦ ਸਿਚੁਏਸ਼ਨ ਇਸ ਤਰ੍ਹਾਂ ਦੀ ਬਣ ਜਾਣੀ ਹੈ, ਸਰਕਾਰ ਨੇ ਕਹਿਣਾ ਜੀ ਮੰਡੀਆਂ 'ਚ ਕੋਈ ਆਉਂਦਾ ਤਾਂ ਹੈ ਨਹੀਂ। ਬਿਲਕੁਲ ਜੀ। ਤੇ ਅਸੀਂ ਮੰਡੀਆਂ ਦਾ ਖਰਚਾ ਕਿਉਂ ਪਾਈਏ, ਆਪਦੇ ਸਿਰ ਕਿਉਂ ਚਲਾਈਏ ਮੰਡੀਆਂ? ਤੇ 2 ਸਾਲਾਂ ਬਾਅਦ ਭਾਈ ਮੰਡੀਆਂ ਬੰਦ। ਜਿਵੇਂ BT ਕਾਟਨ ਆਇਆ, BT ਕਾਟਨ ਆਇਆ ਤੇ 2 ਵਰ੍ਹਿਆਂ ਦੇ ਅੰਦਰ ਅੰਦਰ ਜਿੰਨਾ ਦੇਸੀ ਬੀਜ ਸੀਗਾ ਨਰਮੇ ਦਾ, ਦੇਸੀ ਕਾਟਨ ਸੀ, ਉਹ ਖਤਮ ਹੋ ਗਿਆ। ਉਵੇਂ ਹੀ ਤੁਹਾਡੀ ਮੰਡੀ ਖਤਮ ਹੋ ਜੂਗੀ। ਜਦੋਂ ਮੰਡੀ ਖਤਮ ਹੋ ਗਈ ਤੇ ਫਿਰ ਖਿਡਾਰੀ ਕੌਣ ਰਹਿ ਗਿਆ? ਪ੍ਰਾਈਵੇਟ। ਜਦੋਂ ਪ੍ਰਾਈਵੇਟ ਖਿਡਾਰੀ ਰਹਿ ਗਿਆ, ਫਿਰ ਉਹ ਸਾਰੇ ਅਗਲੇ ਪਿਛਲੇ ਪੂਰੇ ਕਰ ਲੂਗਾ। ਬਿਲਕੁਲ। ਕਿ ਨਹੀਂ ਕਰੂਗਾ? ਬਿਲਕੁਲ ਕਰੂਗਾ। ਫਿਰ ਤਾਂ ਉਹ 600 ਰੁਪਏ ਵਾਲੀ ਮੱਕੀ ਵਾਲੀ ਗੱਲ ਇਹ ਝੋਨੇ ਤੇ ਵੀ ਲਾਗੂ ਹੋਊਗੀ। ਬਿਹਾਰ ਦੇ ਵਿੱਚ ਇਹ ਕਾਨੂੰਨ ਜਿਹੜਾ ਹੈਗਾ 6-7 ਤੋਂ ਲਾਗੂ ਆ। ਬਿਲਕੁਲ। ਉੱਥੋਂ ਦੇ ਕਿਸਾਨਾਂ ਨੂੰ ਪੁੱਛੋ ਵੀ ਉਹਨਾਂ ਦਾ ਝੋਨਾ ਕੀ ਭਾਅ ਵਿਕਦਾ, ਉਹਨਾਂ ਦੀ ਕਣਕ ਕੀ ਭਾਅ ਵਿਕਦੀ ਹੈ। ਜਿੱਥੋਂ ਤੱਕ ਮੇਰੇ ਕੋਲੇ ਅੱਜ ਦੀ ਇਨਫੋਰਮੇਸ਼ਨ ਹੈ, ਉਹ ਇਹ ਹੈ ਕਿ ਕਣਕ 1450 ਰੁਪਏ ਦੇ ਆਸੇ-ਪਾਸੇ ਜਬਦੀ ਪਈ ਹੈ, ਜਿਹੜੀ 1950 ਰੁਪਇਆ ਰੇਟ ਸੀ। ਅਜੇ ਕਾਨੂੰਨ ਲਾਗੂ ਨਹੀਂ ਹੋਇਆ। ਅੱਛਾ, ਇੱਕ ਹੋਰ ਸਵਾਲ ਜਿਹੜਾ ਨਿਕਲ ਕੇ ਸਾਹਮਣੇ ਆਉਣਾ ਕਿ ਗੁਰਪ੍ਰੀਤ ਸਿੰਘ ਦਬੜੀਖਾਨਾ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਦਿਨ ਆਉਂਦੇ ਆ। ਗੁਰਪ੍ਰੀਤ ਸਿੰਘ ਦਬੜੀਖਾਨਾ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਲਈ ਕੀ ਕਰ ਰਹੇ ਆ, ਕਿਸਾਨਾਂ ਦੇ ਲਈ ਕੀ ਕਰ ਰਿਹਾ, ਕਿਸਾਨੀ ਦੇ ਲਈ ਕੀ ਕਰ ਰਿਹਾ? ਕਿਉਂਕਿ ਇੰਡਾਇਰੈਕਟਲੀ ਤੁਸੀਂ ਵੀ ਕਿਸਾਨੀ ਦੇ ਨਾਲ ਜੁੜੇ ਹੋਏ ਹੋ, ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੇ ਹੋਏ ਹੋ, ਤਾਂ ਕੀ ਕਰ ਰਹੇ ਹੋ? ਮੇਰਾ ਜਿਹੜਾ ਰੋਲ ਹੈ, ਮੈਂ ਲਗਾਤਾਰ ਕਿਸਾਨਾਂ ਦੇ ਨਾਲ ਮਿਲਦਾ, ਮੀਟਿੰਗਾਂ ਹੁੰਦੀਆਂ, ਟ੍ਰੇਨਿੰਗਾਂ ਹੁੰਦੀਆਂ, ਤਾਂ ਉਹਨਾਂ ਟ੍ਰੇਨਿੰਗਾਂ ਦੇ ਵਿੱਚ ਮੈਂ ਇਹ ਇਸ਼ੂ ਵੀ ਲੈਣਾ। ਮੇਰੇ ਸਾਹਮਣੇ ਜਿੰਨੇ ਕਿਸਾਨ ਬੈਠੇ ਆ, ਮੈਂ ਉਹਨਾਂ ਨੂੰ ਅਵੇਅਰ ਕਰਦਾ ਲੋਕਲ ਲੈਵਲ ਤੇ। ਜੇ ਲੋਕਲ ਲੈਵਲ ਤੇ ਅਸੀਂ ਕਿਸਾਨਾਂ ਨੂੰ ਅਵੇਅਰ ਕਰਾਂਗੇ ਤਾਂ ਹੀ ਉਹਨਾਂ ਦੇ ਅੰਦਰ ਜਜ਼ਬਾ ਜਾਗੂਗਾ ਵੀ ਲੜ ਲਈਏ। ਹੁਣ ਕੱਲ ਤੋਂ ਮੈਂ ਲੁਧਿਆਣੇ ਜ਼ਿਲ੍ਹੇ 'ਚ ਜਾ ਰਿਹਾ 3 ਦਿਨਾਂ ਲਈ। ਉੱਥੇ ਮੈਂ ਟ੍ਰੇਨਿੰਗਾਂ ਕਰਨੀਆਂ, ਝੋਨੇ ਦੀ ਪਰਾਲੀ ਵਾਲਾ ਬੰਦੋਬਸਤ, ਕਣਕ ਦੀ ਬਿਜਾਈ ਦੇ ਸੰਬੰਧ 'ਚ। ਉਹਨਾਂ ਟ੍ਰੇਨਿੰਗਾਂ ਦੀ ਸ਼ੁਰੂਆਤ ਦਾ ਪਹਿਲਾ ਜਿਹੜਾ ਪੁਆਇੰਟ ਹੈ, ਟ੍ਰੇਨਿੰਗ ਤਾਂ ਬਾਅਦ 'ਚ ਹੋਊਗੀ, ਪਹਿਲਾਂ ਇਹ ਪੱਖ ਉੱਥੇ ਵਿਚਾਰਿਆ ਜਾਊਗਾ। ਕਿਸਾਨਾਂ ਨੂੰ ਇਹਦੇ ਬਾਰੇ ਪੂਰੀ ਜਿਹੜੀ ਹੈਗੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਇਸ ਪੱਖ ਤੋਂ ਕਿ ਉਹ ਲੜਨ ਲਈ ਸੰਘਰਸ਼ ਦੇ ਵਿੱਚ ਸ਼ਾਮਲ ਹੋਣ। ਇੱਕ ਤਾਂ ਉਹਦੇ ਲਈ ਮੈਂ ਕੋਸ਼ਿਸ਼ ਕਰਦਾ ਪਿਆ, ਠੀਕ ਹੈ। ਦੂਸਰਾ ਮੇਰਾ ਜਿਹੜਾ ਸੋਸ਼ਲ ਮੀਡੀਆ ਵਾਲਾ ਮੇਰਾ ਸਿਸਟਮ ਹੈ, ਉਹਦੇ ਉੱਤੇ ਮੈਂ ਲਿਖ ਕੇ ਪਾਉਣਾ ਰਹਿੰਦਾ। ਮੈਂ 2-4 ਦਿਨ ਪਹਿਲਾਂ ਇੱਕ ਆਰਟੀਕਲ ਪੋਸਟ ਕੀਤਾ, ਉਹਨੂੰ ਬੜੇ ਲੋਕਾਂ ਨੇ ਪੜ੍ਹਿਆ ਤੇ ਕੁਝ ਨਾ ਕੁਝ ਜਿਹੜਾ ਹੈਗਾ ਫਰਕ ਪੈਂਦਾ, ਠੀਕ ਹੈ। ਅੱਜ ਮੇਰਾ ਪ੍ਰੋਗਰਾਮ ਹੈ ਬਠਿੰਡੇ ਜਾਣ ਦਾ।
ਅੱਜ ਬਠਿੰਡੇ ਹੈਗਾ ਜੀ ਬਿਲਕੁਲ। ਤੇ ਮੈਂ ਅੱਜ ਬਠਿੰਡੇ ਜਾਣਾ, ਉੱਥੇ ਸੰਘਰਸ਼ ਦੇ ਵਿੱਚ ਜਿੰਨਾ ਕੁ ਆਪਾਂ ਆਪਦਾ ਯੋਗਦਾਨ ਦੇ ਸਕਦੇ ਹਾਂ ਉੱਥੇ ਦੇਣਾ ਬਣਦਾ, ਕਿਉਂਕਿ ਅੱਜ ਜੇ ਮੈਂ ਘਰੇ ਬੈਠਾਂਗਾ ਮੇਰਾ ਘਰ ਕਿਸਾਨ ਤੇ ਘਰੋਂ ਚੱਲਦਾ। ਬਿਲਕੁਲ ਜੀ, ਕਿਸਾਨ ਦੇ ਸਿਰੋਂ ਚੱਲਦਾ। ਬਿਲਕੁਲ। ਮੈਨੂੰ ਜਿਹੜੀ ਰੋਟੀ ਮਿਲਦੀ ਆ ਉਹ ਕਿਸਾਨ ਦੇ ਸਿਰੋਂ ਮਿਲਦੀ ਹੈ ਜੀ। ਅੱਜ ਜੇ ਕਿਸਾਨ ਮੁਸੀਬਤ 'ਚ ਆ ਤੇ ਮੈਂ ਇੱਥੇ ਕੈਮਰੇ ਤੇ ਬਹਿ ਕੇ ਜਾਂ ਫੇਸਬੁੱਕ ਤੇ ਇੱਕ ਕਹਿੰਦੇ ਹੁੰਦੇ ਬੌਧਿਕ ਜੁਗਾਲੀ ਕਰਨਾ ਉਹ ਕਰਦੇ ਆ, ਉਹਦੇ ਨਾਲ ਕੁਝ ਨਹੀਂ ਹੋਣਾ। ਜੇ ਗਰਾਊਂਡ ਤੇ ਜਾਣਾ ਪੈਂਦਾ ਤਾਂ ਗਰਾਊਂਡ ਤੇ ਵੀ ਜਾਓ, ਕਿਉਂਕਿ ਜੇ ਮੈਂ ਲੋਕਾਂ ਨੂੰ ਕਹਿ ਰਿਹਾ ਕਰੋ ਜਾਂ ਮਰੋ ਵਾਲੀ ਸਥਿਤੀ ਹੈ ਤਾਂ ਫਿਰ ਕਰੋ ਜਾਂ ਮਰੋ ਵਾਲੀ ਸਥਿਤੀ ਹੈ ਤੇ ਮੈਨੂੰ ਵੀ ਉੱਥੇ ਜਾਣਾ ਬਣਦਾ, ਤਾਂ ਮੈਂ ਉੱਥੇ ਜਾ ਰਿਹਾ। ਵਧੀਆ। ਅੱਛਾ ਬਾਈ ਜੀ, ਹੁਣ ਜਾਂਦੇ ਜਾਂਦੇ ਦੋ ਸ਼ਬਦਾਂ ਵਿੱਚ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ, ਖਾਸ ਕਰ ਨੌਜਵਾਨ ਵਰਗ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹਾਲੇ ਵੀ ਘਰਾਂ ਦੇ ਵਿੱਚ ਬੈਠੇ, ਕਿਸਾਨਾਂ ਦੇ ਪੁੱਤ ਹਾਲੇ ਵੀ ਘਰਾਂ ਦੇ ਵਿੱਚ ਬੈਠੇ, ਜਿਨ੍ਹਾਂ ਦੀਆਂ ਪੈਲੀਆਂ ਚਲੋ ਠੇਕੇ ਤੇ ਕਹਿੰਦੇ ਸਾਨੂੰ ਤਾਂ ਚੜੇ ਮਹੀਨੇ 60 ਆ ਜਾਂਦਾ, ਜਦੋਂ ਇਹ ਬਿੱਲ ਆ ਗਿਆ ਸਾਨੂੰ ਲੱਖ ਰੁਪਏ ਆਉਣ ਲੱਗ ਜੂ, ਸਾਨੂੰ ਕੀ ਲੋੜ ਆ, ਉਹਨਾਂ ਨੂੰ ਕਹਿਣਾ ਕੀ ਚਾਹੋਗੇ? ਦੇਖੋ, ਉਹ ਜੇ ਹਾਲੇ ਵੀ ਘਰਾਂ 'ਚ ਬੈਠੇ ਆ ਉਹ ਉਹਨਾਂ ਦਾ ਕਸੂਰ ਨਹੀਂ ਹੈਗਾ। ਕਿਸੇ ਵੀ ਸੰਘਰਸ਼ ਦੇ ਵਿੱਚ ਲੋਕ ਉਦੋਂ ਸ਼ਾਮਲ ਹੁੰਦੇ ਆ ਜਦੋਂ ਉਹਨਾਂ ਨੂੰ ਮੁੱਦੇ ਦੀ ਸਮਝ ਹੋਵੇ, ਮੁੱਦੇ ਬਾਰੇ ਪਤਾ ਲੱਗ ਜੇ। ਜਾਗਰੂਕਤਾ ਦਾ ਲੈਵਲ ਐਡਾ ਵੱਡਾ ਹੋਣਾ ਚਾਹੀਦਾ। ਜੇ ਉਹ ਘਰਾਂ 'ਚ ਬੈਠੇ ਆ ਜਾਂ ਤਾਂ ਉਹਨਾਂ ਨੂੰ ਉਨੀ ਚੇਤਨਾ ਨਹੀਂ ਹੈਗੀ, ਬਿਲਕੁਲ ਉਹਨਾਂ ਕੋਲੇ ਕੋਈ ਪਹੁੰਚਿਆ ਨਹੀਂ। ਹੁਣ ਚੇਤਨਾ ਜਿਹੜੀ ਹੈਗੀ ਆ ਉੱਤੋਂ ਤਾਂ ਡਿੱਗਦੀ ਨਹੀਂ। ਜਿਹੜੇ ਲੋਕ ਸੰਘਰਸ਼ ਲੜ ਰਹੇ ਆ ਉਹਨਾਂ ਨੂੰ ਪਹਿਲਾਂ ਗਰਾਊਂਡ ਲੈਵਲ ਤੇ ਆ ਕੇ ਲੋਕਾਂ ਨੂੰ ਚੇਤੰਨ ਕਰਨਾ ਪੈਂਦਾ, ਠੀਕ ਹੈ। ਜੇ ਹਾਲੇ ਵੀ ਉਹ ਘਰਾਂ 'ਚ ਬੈਠੇ ਆ ਉਹਦਾ ਇੱਕ ਰੀਜ਼ਨ ਹੋ ਸਕਦਾ ਵੀ ਉਹ ਉਹਨਾਂ ਤੱਕ ਚੇਤਨਾ ਨਹੀਂ ਪਹੁੰਚੀ, ਤੇ ਦੂਜਾ ਰੀਜ਼ਨ ਹੋ ਸਕਦਾ ਵੀ ਉਹ ਸਿਸਟਮ ਅੱਗੇ ਹਾਰ ਮੰਨ ਚੁੱਕੇ ਆ ਵੀ ਇਹ ਤਾਂ ਆਈ ਚੱਲਣਾ, ਆਪਾਂ ਕੈਨੇਡਾ ਜਾਵਾਂਗੇ, ਠੀਕ ਹੈ। ਤਾਂ ਦੋਨੇ ਹੀ, ਜੇ ਦੋਨਾਂ 'ਚੋਂ ਕੋਈ ਵੀ ਗੱਲ ਹੈ ਤਾਂ ਦੋਨਾਂ 'ਚੋਂ ਕੋਈ ਵੀ ਗੱਲ ਹੈ ਤਾਂ ਖਤਰਨਾਕ ਹੈ ਸਾਡੇ ਲਈ ਜੀ। ਮੇਰੇ ਜਿਹੜੇ ਕਿਸਾਨ, ਨੌਜਵਾਨ ਕਿਸਾਨ ਭਰਾ, ਉਹਨਾਂ ਨੂੰ ਇਹੀ ਗੁਜ਼ਾਰਿਸ਼ ਹੈ, ਮਿੱਤਰੋ ਪੰਜਾਬ ਸਾਡੀ ਜੰਮਣ ਭੋਏ ਆ, ਅਸੀਂ ਇਸ ਮਿੱਟੀ ਤੇ ਪੈਦਾ ਹੋਏ ਆ, ਇਹਦੇ ਕਰਜ਼ਦਾਰ ਆ। ਜਦੋਂ ਸਾਡੀ ਜੰਮਣ ਭੋਏ ਖਤਰੇ 'ਚ ਆ ਜੇ ਤਾਂ ਉਦੋਂ ਜ਼ਰੂਰੀ ਹੋ ਜਾਂਦਾ ਕਿ ਅਸੀਂ ਇਹ ਭੁੱਲ ਜਾਈਏ ਕਿ ਅਸੀਂ ਬਚਾਂਗੇ ਕਿ ਨਹੀਂ ਬਚਾਂਗੇ। ਉਦੋਂ ਲੜਨ ਵਾਸਤੇ ਅੱਗੇ ਆਉਣਾ ਪੈਂਦਾ, ਸਿਰ ਤਲੀ ਤੇ ਧਰ ਕੇ ਆਉਣਾ ਪੈਂਦਾ। ਤੇ ਜਿਹੜੇ ਲੋਕ ਉਦੋਂ ਲੜਨ ਆਉਂਦੇ ਆ ਉਹ ਚਾਹੇ ਨਾ ਬਚਣ, ਜੰਮਣ ਭੋਏ ਬਚ ਜਾਂਦੀ ਆ, ਪੀੜ੍ਹੀਆਂ ਬਚ ਜਾਂਦੀਆਂ। ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ। ਬਿਲਕੁਲ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਇਹੀ ਸਾਡਾ ਵਿਰਸਾ ਕਿ ਈਣ ਨਹੀਂ ਮੰਨਣੀ, ਜ਼ੁਲਮ ਨਹੀਂ ਸਹਿਣਾ ਤੇ ਜ਼ੁਲਮ ਕਰਨ ਵੀ ਨਹੀਂ ਦੇਣਾ। ਬਿਲਕੁਲ ਠੀਕ ਹੈ। ਤਾਂ ਹੁਣ ਹੋ ਤਾਂ ਰਿਹਾ ਜ਼ੁਲਮੀ, ਜਾਂ ਤਾਂ ਸਹਿ ਲਓ ਜਾਂ ਫਿਰ ਖੜੇ ਹੋ ਜਾਓ। ਤੇ ਸਾਡੇ ਗੁਰੂਆਂ ਨੇ ਸਾਨੂੰ ਇਹ ਕਿਹਾ ਵੀ ਸਹਿਣਾ ਨਹੀਂ, ਲੜਨਾ। ਉਸ ਤੋਂ ਬਾਅਦ ਅਸੀਂ ਬੰਦਾ ਬਹਾਦਰ ਤੇ ਆਉਣੇ, ਬੰਦਾ ਸਿੰਘ ਬਹਾਦਰ ਜੀ। ਉਹਨਾਂ ਨੇ ਜ਼ੁਲਮ ਦੇ ਖਿਲਾਫ ਜਦੋਂ ਲੜਾਈ ਲੜੀ ਤਾਂ ਇੱਟ ਨਾਲ ਇੱਟ ਵਜਾਤੀ, ਸਾਨੂੰ ਜ਼ਮੀਨਾਂ ਵਾਲੇ ਕਰਤਾ। ਬਿਲਕੁਲ ਬੰਦਾ ਬਹਾਦਰ ਨੇ ਕੀਤਾ। ਅਸੀਂ ਜ਼ਮੀਨਾਂ ਵਾਲੇ ਹੋ ਗਏ ਤੇ ਅੱਜ ਬੰਦਾ ਸਿੰਘ ਬਹਾਦਰ ਦੀਆਂ ਦਿੱਤੀਆਂ ਹੋਈਆਂ ਜ਼ਮੀਨਾਂ ਸਾਤੋਂ ਖੋਈਆਂ ਜਾ ਰਹੀਆਂ। ਬੰਦਾ ਸਿੰਘ ਬਹਾਦਰ ਨੂੰ ਤਾਂ ਜਵਾਬ ਦਿਓ ਨਾ ਤੁਸੀਂ। ਇਸ ਕਰਕੇ ਮਿੱਤਰੋ, ਉਹਨਾਂ ਨੇ ਲੜਾਈਆਂ ਲੜੀਆਂ ਤਾਂ ਅਸੀਂ ਜ਼ਮੀਨਾਂ ਵਾਲੇ ਹੋਏ। ਅੱਜ ਲੜਾਈ ਇਸ ਜ਼ਮੀਨ ਨੂੰ ਬਚਾਉਣ ਦੀ ਹੈ। ਕੱਲੇ ਕੱਲੇ ਬੰਦੇ ਨੂੰ ਬੰਦਾ ਸਿੰਘ ਬਹਾਦਰ ਤੋਂ ਪ੍ਰੇਰਨਾ ਲੈ ਕੇ ਸਿਰ ਤਲੀ ਤੇ ਧਰ ਕੇ ਲੜਾਈ ਲੜਨ ਦਾ ਵੇਲਾ। ਉਹ ਲੜਾਈ ਲੜਨ ਵਾਸਤੇ ਅੱਗੇ ਆਉਣਾ ਪਊਗਾ। ਤੇ ਜੇ ਨੌਜਵਾਨ ਨਹੀਂ ਆਉਣਗੇ ਤੇ ਬੁੱਢਿਆਂ ਤੋਂ ਲੜਾਈ ਨਹੀਂ ਲੜੀ। ਠੀਕ ਹੈ। ਇੱਕ ਆਖਿਰ ਦੇ ਵਿੱਚ ਮੈਂ ਜ਼ਰੂਰੀ ਗੱਲ ਕਹਿਣੀ ਚਾਹਾਂਗਾ, ਜਿਹੜੇ ਉਪਭੋਗਤਾ, ਖਪਤਕਾਰ, ਸ਼ਹਿਰੀ ਵਰਗ ਹੋਵੇ ਜਾਂ ਪੇਂਡੂ, ਦੋਸਤੋ, ਉਹ ਜਿਹੜਾ ਦੂਜਾ ਇੱਕ ਤਿੰਨਾਂ ਦੇ ਵਿੱਚੋਂ ਇੱਕ ਆਰਡੀਨੈਂਸ ਇਹ ਹੈ, ਆਪਣਾ ਜ਼ਰੂਰੀ ਵਸਤਾਂ ਸੋਧ ਬਿੱਲ, ਜਿਹਦੇ ਵਿੱਚ ਅਨਾਜ, ਦਾਲਾਂ, ਸਬਜ਼ੀਆਂ, ਤੇਲ ਬੀਜ, ਜਿਹੜੀਆਂ ਸਾਡੀ ਰਸੋਈ ਦੇ ਵਿੱਚ ਕੰਮ ਆਉਣ ਵਾਲੀਆਂ, ਜਿਨ੍ਹਾਂ ਤੋਂ ਬਿਨਾਂ ਸਾਡਾ ਢਿੱਡ ਨਹੀਂ ਚੱਲਦਾ ਤੇ ਅਸੀਂ ਵੀ ਨਹੀਂ ਚੱਲਦੇ, ਉਹਨਾਂ ਨੂੰ ਜ਼ਰੂਰੀ ਵਸਤਾਂ ਦੀ ਕੈਟਾਗਰੀ 'ਚ ਰੱਖਿਆ। ਠੀਕ ਹੈ। ਪਿਆਜ਼, ਆਲੂ, ਇਹ ਸਾਰੀਆਂ ਚੀਜ਼ਾਂ। ਤਾਂ ਜਿਹੜਾ ਸੋਧ ਬਿੱਲ ਆ,
ਇਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਕੋਈ ਵੀ ਬੰਦਾ ਇਹਨਾਂ ਨੂੰ ਸਟੋਰ ਕਰ ਸਕਦਾ। ਹੁਣ ਤੱਕ ਜਿਹੜਾ APMC ਐਕਟ ਸੀਗਾ, ਐਗਰੀਕਲਚਰਲ ਪ੍ਰੋਡਿਊਸ ਮੈਨੇਜਮੈਂਟ ਕਮੇਟੀ ਐਕਟ, ਉਹਦੇ ਤਹਿਤ ਇੱਕ ਬੰਦਿਸ਼ ਸੀ ਕਿ ਕੋਈ ਜਮਾਖੋਰੀ ਨਹੀਂ ਕਰ ਸਕਦਾ। ਜੇ ਕੋਈ ਜਮਾਖੋਰੀ ਕਰਦਾ ਫੜਿਆ ਜਾਂਦਾ ਤਾਂ ਉਹਨੂੰ ਸਜ਼ਾ ਦਿੱਤੀ ਜਾਊਗੀ, ਉਹਦਾ ਲਾਇਸੈਂਸ ਕੈਂਸਲ ਹੋ ਜਾਏਗਾ। ਠੀਕ ਹੈ, ਹੁਣ ਇਹਦੇ ਵਿੱਚ ਉਹਨਾਂ ਨੇ ਕਹਿਤਾ ਵੀ ਕੋਈ ਚੱਕਰ ਨਹੀਂ ਹੈਗਾ, ਤੁਸੀਂ ਜਮਾਖੋਰੀ ਕਰੋ। ਸਟੋਰ ਕਰਨ ਦਾ ਮਤਲਬ ਕੀ ਹੈ? ਸ਼ਬਦ ਹੀ ਹੈ। ਬਿਲਕੁਲ ਬਿਲਕੁਲ। ਉਹਦਾ ਪੰਜਾਬੀ ਤਰਜਮਾ ਵਧੀਆ ਕਰਨਾ ਹੋਵੇ ਤਾਂ ਉਹਦਾ ਨਾਮ ਜਮਾਖੋਰੀ ਹੈ। ਜਮਾਖੋਰੀ, ਠੀਕ ਹੈ, ਤਾਂ ਉਹਨਾਂ ਨੂੰ ਸਟੋਰੇਜ ਦੇ ਨਾਂ ਤੇ ਜਮਾਖੋਰੀ ਕਰਨ ਦੀ ਖੁੱਲ੍ਹ ਸਰਕਾਰ ਦੇ ਰਹੀ ਹੈ। ਹੁਣ ਜਮਾਖੋਰੀ ਕੌਣ ਕਰੇਗਾ? ਉਹ ਕਾਰਪੋਰੇਟਸ ਹੀ ਕਰਨਗੇ। 600 ਵਾਲੀ ਖਰੀਦੀ ਹੋਈ ਚੀਜ਼ ਉਹ ਜਦੋਂ ਜੀ ਕਰੇਗਾ 2600 ਨੂੰ ਵੇਚਣਗੇ। ਠੀਕ ਹੈ, ਤਾਂ ਜਦੋਂ ਕਿਸਾਨ ਇਧਰੋਂ ਕਿਸਾਨ ਮਾਂਜਤਾ, ਉਧਰੋਂ ਜਿਹਨੇ ਖਰੀਦਣਾ ਉਹਨੂੰ ਮਾਂਜਤਾ। ਠੀਕ ਹੈ, ਤਾਂ ਇਸ ਕਰਕੇ ਜੇ ਤੁਹਾਨੂੰ ਇਹ ਭੁਲੇਖਾ ਕਿ ਤੁਹਾਡੇ ਤੱਕ ਸੇਕ ਨਹੀਂ ਪਹੁੰਚੇਗਾ ਸ਼ਹਿਰੀਓ, ਤਾਂ ਇਹ ਭੁਲੇਖਾ ਕੱਢ ਦਿਓ, ਬੰਦੇ ਬਣੋ ਤੇ ਸੰਘਰਸ਼ ਦੇ ਵਿੱਚ ਸ਼ਾਮਲ ਹੋਵੋ, ਕਿਉਂਕਿ ਇਹ ਸਾਡੇ ਤੇ ਵੀ ਓਡੀ ਗੱਲ ਹੀ ਲਾਗੂ ਹੋਣ ਜਾ ਰਹੀ। ਜੀ। ਦਬੜੀ ਖਾਨਾ ਸਾਹਿਬ, ਤੁਸੀਂ ਅੱਜ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਦਿੱਤਾ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼ੁਕਰੀਆ ਭਾਜੀ। ਮੇਰੇ ਨਾਲ ਭਾਈ ਗੁਰਪ੍ਰੀਤ ਸਿੰਘ ਦਬੜੀ ਖਾਨਾ ਸੀ। ਅਸੀਂ ਡਿਟੇਲ ਦੇ ਵਿੱਚ ਅੱਜ ਗੱਲਬਾਤ ਕੀਤੀ ਹੈ ਕਿ ਸਾਡੇ ਨੌਜਵਾਨ ਵਰਗ ਨੂੰ ਜ਼ਰੂਰ ਜਿਹੜਾ ਅੱਗੇ ਆਉਣਾ ਚਾਹੀਦਾ ਆ, ਕਿ ਜੇਕਰ ਇਹ ਬਿੱਲ ਜਿਹੜੇ ਪੂਰਨ ਰੂਪ ਦੇ ਵਿੱਚ ਲਾਗੂ ਹੋ ਜਾਂਦੇ ਆ, ਇਹ ਕਾਨੂੰਨ ਪਾਸ ਹੋ ਜਾਂਦਾ, ਤਾਂ ਸਾਡਾ ਆਉਣ ਵਾਲਾ ਫਿਊਚਰ ਕੀ ਹੋਵੇਗਾ, ਸਾਡੀ ਕਿਸਾਨੀ ਦਾ ਆਉਣ ਵਾਲਾ ਫਿਊਚਰ ਕੀ ਹੋਵੇਗਾ। ਖਾਸ ਕਰ ਮੈਂ ਇੱਥੇ ਉਹਨਾਂ ਅਦਾਕਾਰਾਂ ਨੂੰ, ਉਹਨਾਂ ਫਿਲਮਕਾਰਾਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਜੱਟ ਦੀ ਜ਼ਮੀਨ, ਜੱਟ ਦੀ ਬੰਦੂਕ, ਜੱਟ ਦੀ ਮਸ਼ੂਕ, ਜੱਟ ਦਾ ਕੁਝ ਨਹੀਂ ਛੱਡਿਆ ਫਿਲਮਾਂ ਬਣਾਉਣ ਦੇ ਵਿੱਚ। ਤੁਸੀਂ ਬੜਾ ਜੱਟ ਤੋਂ ਕਮਾਇਆ, ਪਰ ਅੱਜ ਜੱਟ ਸੰਕਟ ਦੇ ਵਿੱਚ ਆ, ਤੁਹਾਨੂੰ ਅੱਗੇ ਆਉਣਾ ਪਊਗਾ। ਉਹਨਾਂ ਕਲਾਕਾਰਾਂ ਨੂੰ ਜਿਹੜੇ ਹਮੇਸ਼ਾ ਜੱਟ ਦੇ ਨਾਮ ਤੇ ਆਪਣੇ ਅਖਾੜੇ ਲਾਉਂਦੇ ਆਏ ਆ, ਜੱਟ ਦੇ ਨਾਮ ਤੇ ਆਪਣੀਆਂ ਟੇਪਾਂ ਕੱਢਦੇ ਆਏ ਆ, ਜੱਟ ਦੇ ਨਾਮ ਤੇ ਗੀਤ ਗਾਉਂਦੇ ਆਏ ਆ। ਜੱਟ ਤੋਂ ਬੜਾ ਤੁਸੀਂ ਕਮਾ ਲਿਆ, ਕਿਸਾਨ ਤੋਂ ਬੜਾ ਕਮਾ ਲਿਆ, ਕਿਸਾਨੀ ਤੋਂ ਬੜਾ ਕਮਾ ਲਿਆ। ਕਿਸਾਨੀ ਦੇ ਲਈ ਗਾਇਆ ਵੀ ਬੜਿਆਂ ਨੇ ਆ, ਪਰ ਅਸਲ ਪਤਾ ਹੁਣ ਲੱਗਣਾ ਕਿ ਕਿਸਾਨੀ ਸੰਕਟ ਦੇ ਵਿੱਚ ਆ, ਪੰਜਾਬ ਦਾ ਪੁੱਤ ਸੰਕਟ ਦੇ ਵਿੱਚ ਆ, ਪੰਜਾਬ ਦਾ ਕਿਸਾਨ ਸੰਕਟ ਦੇ ਵਿੱਚ ਆ। ਕਿਸਾਨੀ ਦੇ ਲਈ ਕਿੰਨੇ ਕਾਉਂਦੇ ਆ। ਸੋ ਕਲਾਕਾਰਾਂ ਨੂੰ, ਅਦਾਕਾਰਾਂ ਨੂੰ, ਫਿਲਮਕਾਰਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਵੀ ਕਰਦਾ ਕਿ ਕਿਸਾਨ ਦੇ ਹੱਕ ਦੇ ਵਿੱਚ ਤੁਹਾਨੂੰ ਹੁਣ ਆਉਣਾ ਲਾਜ਼ਮੀ ਆ, ਕਿਉਂਕਿ ਜੱਟ ਦੇ ਨਾਮ ਤੇ ਬੜਾ ਕਮਾਇਆ। ਹੁਣ ਜੇਕਰ ਜੱਟ ਖਤਮ ਹੋ ਜਾਊਗਾ, ਕਿਸਾਨ ਖਤਮ ਹੋ ਜਾਊਗਾ, ਤਾਂ ਆਪਾਂ ਸਾਰੇ ਜਿਹੜੇ ਆ, ਸਾਡਾ ਤੰਤਾ ਬੰਤਾ ਜਿਹੜਾ ਉਹ ਖਤਮ ਹੋ ਜਾਣਾ ਆ। ਸਾਡੀ ਅੱਜ ਦੀ ਮੁਲਾਕਾਤ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਬੜੀ ਜਲਦੀ ਮਿਲਦੇ ਆ ਇੱਦਾਂ ਦੀ ਖਾਸ ਮੁਲਾਕਾਤ ਦੇ ਨਾਲ। ਸੋ ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ। ਧੰਨਵਾਦ ਜੀ।